प्रोग्राम नाल जुड़े दर्शकों का बहुत बहुत स्वागत है जी। सब तो पहला प्यार तो सत्कार नाल सत श्री अकाल। अज मैं तुहानूं मिलावांगा एक फाइटर पायलट दे नाल। बठिंडे जिले दा पिंड है सिरीएवाला। जसवंत सिंह खोखर मेरे नाल ने जिहड़े विंग कमांडर जिन्हां नूं रुतबा हासिल है, फाइटर पायलट रहे ने, नाल फाइटर पायलट सीगे जिहड़े उन्हां दे कोच रहे ने, उन्हां नूं सिखाउंदे रहे ने। इराक भी उन्हां नूं जाण दा मौका मिलिਆ। फाइटर पायलट की जिहड़ी जिंदगी है कल्ले ने फैसला लेना है, सैकंड के भी कुछ हिस्सों फैसला लेना होंदा है। इस तरह का जिहड़ा दिमाग है, मन है, कितना सूखम होवेगा, सारियां गल्लां जानते हैं। सब तो पहला करते हैं स्वागत है जी। सत श्री अकाल, की हाल चाल है तुहाडा जी? ठीक हो? ऑल वेल, वेरी गुड, बहुत अच्छे हैं। तो उम्र कितनी हो गई है हुण? मैं 79 कंप्लीट कर लेने। अच्छा, 80 ਦੇ ਨੇੜੇ ਅੱਧ ਪਹੁੰਚ ਗਏ। 80 क्या बात है। ਹਾਂਜੀ ਜਦੋਂ ਤੁਸੀਂ 에ਅਰ ਫੋਰਸ ਦੀ ਨੌਕਰੀ ਜੁਆਇਨ ਕੀਤੀ ਹਾਂਜੀ ਤਾਂ ਉਹ ਕਿਹੜਾ ਪੀਰੀਅਡ ਸੀ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਿਵੇਂ ਹੋਈ? ਮੈਂ ਜੀ 에ਅਰ ਫੋਰਸ ਜੁਆਇਨ ਕੀਤੀ ਸੀ 63 ਦੇ ਵਿੱਚ। ਮੈਂ ਟ੍ਰੇਨਿੰਗ 'ਚ ਗਿਆ ਸੀ ਤੇ 64 ਦਸੰਬਰ 'ਚ ਮੈਂ ਕਮਿਸ਼ਨ ਹੋ ਗਿਆ ਸੀ। ਕਮਿਸ਼ਨ ਦਾ ਮਤਲਬ ਇਹ ਹੈ ਵੀ ਮੈਂ ਪਾਸ ਆਊਟ ਹੋ ਗਿਆ ਸੀ। ਉਦੋਂ ਮੈਂ ਇੱਕ ਅਫਸਰ ਬਣ ਗਿਆ 64 ਦਸੰਬਰ 'ਚ। ਤੁਹਾਡੇ ਜ਼ਮਾਨੇ ਦੇ ਵਿੱਚ ਕਿਹੜੇ ਜਹਾਜ਼ ਜਿਹੜੇ ਉਡਾਉਣ ਲਈ ਤੁਹਾਨੂੰ ਉਪਲਬਧ ਸੀਗੇ? ਸਾਡੀ ਟ੍ਰੇਨਿੰਗ ਦੇ ਵਿੱਚ ਫਲਾਈਂਗ ਟ੍ਰੇਨਿੰਗ ਸ਼ੁਰੂ ਹੁੰਦੀ ਸੀ। ਸਾਡੀ HT2 에ਅਰਕ੍ਰਾਫਟ ਸੀ, ਉਹਨੂੰ ਹਿੰਦੁਸਤਾਨ ਟ੍ਰੇਨਰ ਕਿਹਾ ਜਾਂਦਾ ਸੀ। HAL ਹਿੰਦੁਸਤਾਨ ਐਰੋਨੌਟਿਕਲ ਲਿਮਟਿਡ ਬੈਂਗਲੌਰ ਬਣਦਾ ਸੀ ਉਹ ਜੀ। ਉਸ ਤੋਂ ਬਾਅਦ ਫਿਰ ਇੱਕ 에ਅਰਕ੍ਰਾਫਟ ਹੁੰਦਾ ਸੀ ਹਾਵਰਡ, ਜਿਹੜਾ ਬੇਸਿਕਲੀ ਇੰਗਲਿਸ਼ 에ਅਰਕ੍ਰਾਫਟ ਸੀ ਤੇ ਉਹ ਇੰਟਰਮੀਡੀਏਟ ਟ੍ਰੇਨਿੰਗ ਲਈ ਵਰਤਿਆ ਜਾਂਦਾ ਸੀ। ਉਸ ਤੋਂ ਬਾਅਦ ਆਉਂਦਾ ਸੀ ਵੈਂਪਾਇਰ, ਉਹ ਵੀ ਬੜਾ ਪੁਰਾਣਾ ਫਾਈਟਰ 에ਅਰਕ੍ਰਾਫਟ ਸੀ ਜਿਹਦੇ ਉੱਤੇ ਸਾਡੀ ਟ੍ਰੇਨਿੰਗ ਹੁੰਦੀ ਸੀ ਉਹਨਾਂ ਜ਼ਮਾਨਿਆਂ 'ਚ। ਹੁਣ ਉਹ ਸਾਰੇ ਦੇ ਸਾਰੇ 에ਅਰਕ੍ਰਾਫਟ ਮਾਡਰਨ 에ਅਰਕ੍ਰਾਫਟ ਆ ਚੁੱਕੇ ਨੇ, ਹਾਕਸ ਵਗੈਰਾ ਦੇ ਉੱਤੇ ਟ੍ਰੇਨਿੰਗ ਹੋਣ ਲੱਗ ਗਈ ਹੈ। ਅਤੇ ਉਸ ਤੋਂ ਬਾਅਦ ਹੰਟਰਸ ਸਨ, ਫਿਰ ਮੇਨ ਸਟਰੀਮ ਦੀ ਹੰਟਰ ਅਤੇ ਜਿਨ੍ਹਾਂ ਨੇ 65 ਵਾਰ ਦੇ ਵਿੱਚ ਬਹੁਤ ਕੰਮ ਕੀਤਾ। ਫਿਰ ਇੱਕ ਉਸ ਤੋਂ ਬਾਅਦ ਫਾਈਟਰਸ ਦੇ ਵਿੱਚ ਨੈਟ ਹੁੰਦਾ ਸੀ, ਜਿਹੜਾ ਕਿ ਉਹ ਵੀ ਹਿੰਦੁਸਤਾਨ ਦੇ ਵਿੱਚ ਹੀ ਬਣਨਾ ਸ਼ੁਰੂ ਹੋ ਗਿਆ ਸੀ, ਲੇਕਿਨ ਬੇਸਿਕਲੀ ਉਹ ਫੋਲੈਂਡ ਦਾ 에ਅਰਕ੍ਰਾਫਟ ਸੀ। ਅਤੇ ਮਿਗਜ਼ ਵਗੈਰਾ ਸਾਡੇ ਟਾਈਮ 'ਤੇ ਆ ਚੁੱਕੇ। ਸਭ ਤੋਂ ਵੱਧ ਕਿਹੜਾ ਉਡਾਇਆ ਤੁਸੀਂ? ਮੈਂ ਸਾਰਿਆਂ ਤੋਂ ਜ਼ਿਆਦਾ ਨੈਟ ਉਡਾਇਆ, ਜਿਹਦੀ ਕਿ ਇੱਕ ਬਹੁਤ ਹੀ ਵਰਸਟਾਈਲ 에ਅਰਕ੍ਰਾਫਟ ਸੀ, ਜਿਹਨੇ 65 ਅਤੇ 71 ਵਾਰ ਦੇ ਵਿੱਚ, ਜਿਹਨੂੰ ਆਮ ਤੌਰ 'ਤੇ ਸੇਬਰ ਕਿਲਰ ਕਿਹਾ ਜਾਂਦਾ ਸੀ। ਮੈਂ ਉਸ 에ਅਰਕ੍ਰਾਫਟ 'ਤੇ ਕਾਫੀ ਦੇਰ ਰਿਹਾ, 600-700 ਘੰਟਾ ਫਲਾਈਂਗ ਕੀਤੀ ਹੈ ਮੈਂ ਉਹਦੇ 'ਤੇ, ਜਿਹੜਾ ਕਿ 에ਅਰਫੋਰਸ ਦੇ ਵਿੱਚ ਟੌਪ ਵਾਲੇ ਜਿਹੜੇ ਸੀ ਉਹਨਾਂ ਦੇ ਵਿੱਚੋਂ ਮੈਂ ਇੱਕ ਸੀ। ਇੱਕ ਚੰਗੇ ਫਾਈਟਰ ਪਾਇਲਟ ਦੇ ਵਿੱਚ ਕਿਹੜੇ ਗੁਣ ਚਾਹੀਦੇ ਹੈ ਜਿਹੜੇ ਉਹਨੂੰ ਇੱਕ ਬਿਹਤਰ ਪਾਇਲਟ ਬਣਾਉਂਦੇ? ਫਾਈਟਰ ਪਾਇਲਟ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਉਹਦਾ ਪ੍ਰੈਜ਼ੈਂਸ ਆਫ ਮਾਈਂਡ ਅਤੇ ਐਕਸ਼ਨ 'ਤੇ ਲੈਣ ਦੇ ਜਿਹੜੇ ਬਹੁਤ ਸ਼ਾਰਪ ਜਿਹੜੇ ਟਾਈਮ ਹੈ, ਉਹ ਟਾਈਮਰ ਹੈ, ਕਿਉਂਕਿ ਫਾਈਟਰ ਪਾਇਲਟ ਨੂੰ ਗਲਤੀ ਕਰਨ ਦਾ ਟਾਈਮ ਨਹੀਂ ਮਿਲਦਾ ਜੀ। ਅਤੇ ਉਸ ਕਰਕੇ ਹੀ, ਕਿਉਂਕਿ ਮੈਂ ਟ੍ਰੇਨਿੰਗ ਦੇ ਵਿੱਚ ਬਹੁਤ ਰਿਹਾ, ਸਿਲੈਕਸ਼ਨ ਬਹੁਤ ਕੀਤੀ ਹੈ ਫਾਈਟਰ ਪਾਇਲਟ ਬੱਚਿਆਂ ਦੀ, ਜਿਹੜੇ ਕੈਡਟ ਆਉਂਦੇ ਹੁੰਦੇ ਸੀ ਉਹਨਾਂ ਦੀ ਸਿਲੈਕਸ਼ਨ ਕਰਕੇ ਫਾਈਟਰ ਦੇ ਵਿੱਚ ਭੇਜਿਆ ਜਾਂਦਾ ਸੀ। ਅਤੇ ਉਹਨਾਂ ਨੂੰ ਮੇਨ ਕ੍ਰਾਈਟੇਰੀਆ ਸੀ ਜਿਹੜਾ ਉਹਨਾਂ ਦਾ ਸਾਡਾ ਸੀ, ਸ਼ਾਰਪਨੈਸ ਆਫ ਮਾਈਂਡ ਔਰ ਟੇਕਿੰਗ ਡਿਸੀਜਨਸ ਐਟ ਅ ਵੈਰੀ ਰਾਈਟ ਟਾਈਮ। ਤੇ ਕਿੰਨਾ ਟਾਈਮ ਹੁੰਦਾ ਤੁਹਾਡੇ ਕੋਲ ਇੱਕ ਫੈਸਲਾ ਲੈਣ ਲਈ? ਐਕਚੁਅਲੀ ਫਾਈਟਰਸ ਦੇ ਵਿੱਚ ਫੈਸਲਾ ਲੈਣ ਵਾਸਤੇ ਤੁਹਾਨੂੰ 10 ਸੈਕਿੰਡ ਤੋਂ ਵੱਧ ਟਾਈਮ ਨਹੀਂ ਮਿਲਦਾ। ਅੱਛਾ, 10 ਸੈਕਿੰਡ? 10 ਸੈਕਿੰਡ ਦੇ ਤੋਂ ਤੁਸੀਂ ਅਗਰ ਜੇ ਲੇਟ ਹੋ ਗਏ ਤਾਂ ਤੁਸੀਂ ਆਪਦੀ ਡਿਸਟਰਕਸ਼ਨ ਵੱਲ ਜਾ ਰਹੇ ਹੋ। 10 ਸੈਕਿੰਡ ਜ਼ਿੰਦਗੀ ਦੇ 10 ਸੈਕਿੰਡ ਜ਼ਿੰਦਗੀ ਦੇ ਅਹਿਮ ਹੈ ਇੱਕ ਫਾਈਟਰ ਪਾਇਲਟ ਨੂੰ, ਕਿਉਂਕਿ ਜਦੋਂ ਐਮਰਜੈਂਸੀ ਆਉਂਦੀ ਹੈ ਉਦੋਂ ਫਲਾਈਂਗ ਦੇ ਵਿੱਚ ਟਾਈਮ ਨਹੀਂ ਮਿਲਦਾ। ਸੜਕ ਨਹੀਂ ਹੈ ਤੁਹਾਡੀ ਵੀ ਤੁਸੀਂ ਪਾਸੇ 'ਤੇ ਖੜੇ ਕਰ ਲਓਗੇ ਗੱਡੀ ਨੂੰ। ਅੱਛਾ, ਕੋਈ ਇਸ ਤਰ੍ਹਾਂ ਦੇ ਹਾਦਸੇ ਘਟਨਾਵਾਂ ਹੋਈਆਂ ਹੋਣਗੀਆਂ ਕਦੇ ਲੈਂਡਿੰਗ ਟਾਈਮ, ਕਦੇ ਕਿਸੇ ਐਮਰਜੈਂਸੀ ਦੇ ਵਿੱਚ, ਜਿਹੜੀਆਂ ਲੱਗਦੀਆਂ ਸੀ ਵੀ ਹੁਣ ਜ਼ਿੰਦਗੀ ਆਰ ਪਾਰ ਹੈ? ਕਦੇ ਇਸ ਤਰ੍ਹਾਂ ਦਾ ਹੋਇਆ? ਹਾਂਜੀ, ਮੇਰੇ ਨਾਲ 3 ਕੁ ਹਾਦਸੇ ਐਸੇ ਹੋਏ ਸੀ, ਉਹ ਵੀ ਨੈਟ 에ਅਰਕ੍ਰਾਫਟ ਦੇ ਵਿੱਚ। ਨੈਟ 에ਅਰਕ੍ਰਾਫਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਰਸਟਾਈਲ 에ਅਰਕ੍ਰਾਫਟ ਸੀ, ਔਰ ਇਹ 에ਅਰਕ੍ਰਾਫਟ ਇੱਕ ਐਸਾ ਸੀ ਜਿਹੜਾ ਕਿਸੇ ਨੂੰ ਚਾਂਸ ਨਹੀਂ ਸੀ ਦਿੰਦਾ ਕਿ ਤੁਸੀਂ ਗਲਤੀ ਕਰਕੇ ਲੈ ਲਓ, ਪਹਿਲੀ ਵਾਪਸ ਮੁੜੋ। ਹਾਂ, ਪਹਿਲੀ ਘਟਨਾ ਹੋਈ
ਜਦੋਂ ਟੇਕ ਆਫ ਦੇ ਉੱਤੇ ਮੈਂ ਹਜੇ ਫਲਾਈਂਗ ਅਫਸਰ ਹੀ ਸੀ, ਮੇਰੀ ਸਾਰੀ ਨੌਕਰੀ 5 ਸਾਲ ਦੀ ਸੀ। ਅੱਛਾ। ਤੇ ਟੇਕ ਆਫ ਕਰਨ ਲੱਗਿਆ ਇੱਕ ਪੇਅਰ ਦੇ ਵਿੱਚ ਟੇਕ ਆਫ ਕਰੀਦਾ ਹੈ, ਕਿਉਂਕਿ 2 ਏਅਰਕ੍ਰਾਫਟ ਇਕੱਠੇ ਟੇਕ ਆਫ ਕਰਦੇ ਨੇ। ਰਨਵੇ ਦੇ ਉੱਤੇ ਬਿਲਕੁਲ ਨਾਲ ਏਅਰਕ੍ਰਾਫਟ ਹੁੰਦੇ ਨੇ ਇਹ, ਤੇ ਇਕੱਠੇ ਕਰਦੇ, ਉਹਨਾਂ ਨੂੰ ਪੇਅਰ ਟੇਕ ਆਫ ਕਹਿੰਦੇ ਨੇ ਜਾਂ ਫਾਰਮੇਸ਼ਨ ਟੇਕ ਆਫ ਕਿਹਾ ਜਾਂਦਾ ਹੈ। ਤੇ ਮੇਰਾ ਟੇਕ ਆਫ ਦੇ ਉੱਤੇ 150 ਮੀਲ, ਜਿਹੜੀ ਮੀਲ ਨਹੀਂ, ਉਹਨੂੰ ਨਾਟੀਕਲ ਮਾਈਲਸ ਕਿਹਾ ਜਾਂਦਾ ਹੈ, ਜਿਹੜੀ ਮੀਲ ਤੋਂ ਵੀ ਉੱਤੇ ਹੁੰਦੀ ਹੈ। 150 ਦੇ ਉੱਤੇ ਏਅਰਕ੍ਰਾਫਟ ਨੂੰ ਅਸੀਂ ਅਨਸਟਿਕ ਕਰਦੇ ਹਾਂ, ਮਤਲਬ ਕਿ ਟੇਕ ਆਫ ਕਰ ਜਾਂਦਾ, ਜ਼ਮੀਨ ਛੱਡ ਜਾਂਦਾ ਹੈ। ਉਸ ਟਾਈਮ ਦੇ ਉੱਤੇ ਮੇਰਾ ਇੱਕ ਟਾਇਰ ਬਸਟ ਹੋ ਗਿਆ ਸੀ। ਅੱਛਾ। ਤੇ ਉਸ ਨੂੰ ਟਾਇਰ ਬਸਟ ਦਾ ਟਾਈਮ ਸੀ ਸੈਕਿੰਡ ਦੇ ਵਿੱਚ, ਸਪਲਿਟ ਸੈਕਿੰਡ ਦੇ ਵਿੱਚ ਇਹ ਕਿ ਡਿਸਾਈਡ ਕਰਨਾ ਸੀ ਕਿ ਟੇਕ ਆਫ ਨੂੰ ਛੱਡ ਦੇਣਾ ਕਿ ਜਾਂ ਉੱਪਰ ਚੜ੍ਹ ਜਾਣਾ ਹੈ। ਜੇ ਉੱਪਰ ਚੜ੍ਹ ਜਾਂਦੇ ਤੇ ਲੈਂਡਿੰਗ ਦੇ ਟਾਈਮ ਤੇ ਕ੍ਰੈਸ਼ ਲਾਜ਼ਮੀ ਸੀ, ਪਰ ਮੈਂ ਡਿਸਾਈਡ ਕੀਤਾ ਕਿ ਮੈਂ ਇਹਨੂੰ ਅਬੈਂਡਨ ਕਰ ਦਿਆਂ ਟੇਕ ਆਫ। ਮੈਂ ਟੇਕ ਆਫ ਅਬੈਂਡਨ ਕੀਤਾ। ਬੜੀ ਜੱਦੋ ਜਹਿਦ ਹੁੰਦੀ ਹੈ ਉਸ ਸਪੀਡ ਦੇ ਉੱਤੇ ਇੱਕ ਟਾਇਰ ਬਸਟ ਹੋ ਜੇ ਨਵੇਂ ਕਰਾਫਟ ਦਾ। ਤੇ ਐਨੀਵੇ ਟਾਇਰ ਦੇ ਉਹਨੂੰ ਵੀਲ ਨੂੰ ਸਕ੍ਰੈਚ ਹੋਇਆ, ਉਹਨੂੰ ਅੱਗ ਵੀ ਲੱਗੀ, ਤੇ ਮੈਂ ਕਿਸਮਤ ਨਾਲ ਕੰਟਰੋਲ ਕਰ ਲਿਆ ਏਅਰਕ੍ਰਾਫਟ। ਉਹ ਏਅਰਕ੍ਰਾਫਟ ਇੱਕ ਐਸਾ ਸੀ ਕਿ ਟੇਕ ਆਫ ਰਨ ਦੇ ਉੱਤੇ ਅਗਰ ਕੋਈ ਮਾੜੀ ਜਿਹੀ ਵੀ ਚੀਜ਼ ਹੋ ਜੀ ਤੇ ਏਅਰਕ੍ਰਾਫਟ ਉਲਟ ਜਾਂਦਾ ਹੈ। ਅੱਛਾ। ਤੇ ਉਸ ਐਮਰਜੈਂਸੀ 'ਚ ਮੈਨੂੰ ਚੀਫ ਆਫ ਦਾ ਏਅਰਕ੍ਰਾਫਟ ਸਟਾਫ ਦੀ ਕਮੈਂਡੇਸ਼ਨ ਮਿਲੀ ਸੀ। ਦੂਜਾ ਇੱਕ ਇੰਸੀਡੈਂਟ ਮੇਰੇ ਨਾਲ ਇਹ ਹੋਇਆ ਸੀ ਕਿ ਨਾਇਟ ਏਅਰਕ੍ਰਾਫਟ ਦੀ ਬਣਤਰ ਐਸੀ ਹੈ ਕਿ ਜਿਹੜੇ ਉਹ ਡਰਾਪ ਟੈਂਕ ਤੁਸੀਂ ਵੇਖੇ ਹੋਣਗੇ ਸ਼ਾਇਦ ਆਮ ਤੌਰ 'ਤੇ, ਜਿਨ੍ਹਾਂ ਦੇ ਵਿੱਚ 60-62 ਗੈਲਨ ਤੇਲ ਹੁੰਦਾ ਹੈ। ਤੇਲ ਹੁੰਦਾ, ਹਾਂਜੀ ਬਿਲਕੁਲ, ਹਾਂਜੀ ਤੇਲ ਹੁੰਦਾ ਉਹਦੇ ਵਿੱਚ। ਤੇ ਨਾਇਟ ਦੇ ਵਿੱਚ ਇੱਕ ਪ੍ਰੋਬਲਮ ਸੀ ਕਿ ਉਹਦੇ 'ਚੋਂ ਇੱਕ ਟੇਕ ਆਫ ਦੇ ਉੱਤੇ ਇੱਕ ਟੈਂਕ ਗਿਰ ਜਾਂਦਾ ਸੀ। ਅੱਛਾ। ਅਚਾਨਕ ਹੀ ਐਮਰਜੈਂਸੀ ਦੇ ਵਿੱਚ ਮੈਲ ਫੰਕਸ਼ਨ ਹੁੰਦਾ ਸੀ, ਉਹਦੇ 'ਚ ਇੱਕ ਟੈਂਕ ਗਿਰਦਾ ਸੀ। ਤੇ ਇੱਕ ਜਦੋਂ ਟੈਂਕ ਗਿਰ ਜਾਂਦਾ ਸੀ, ਅਗਰ ਤੁਸੀਂ ਅਨਸਟਿਕ ਕਰਕੇ ਉਸ ਸਪੀਡ 'ਤੇ ਹੋ ਤੇ ਤੁਸੀਂ ਲਾਜ਼ਮੀ ਹੈ ਕਿ ਰੋਲ ਓਵਰ ਹੋ ਕੇ ਏਅਰਕ੍ਰਾਫਟ ਕ੍ਰੈਸ਼ ਹੋ ਜਾਂਦਾ ਹੈ। ਏਅਰਫੋਰਸ ਦੇ ਵਿੱਚ 2 ਹੀ ਚਾਂਸ ਹੋਏ ਨੇ ਇਹ। ਇੱਕ ਚਾਂਸ ਮੇਥੋਂ ਪਹਿਲਾਂ ਹੋਇਆ ਸੀ, ਜਿਹਦੇ ਵਿੱਚ ਪਾਇਲਟ ਦੀ ਡੈਥ ਹੋ ਗਈ ਸੀ। ਉਹ ਅਨਸਟਿਕ ਮਤਲਬ ਕਿ ਏਅਰਕ੍ਰਾਫਟ ਉਹਨੇ ਛੱਡਿਆ ਤੇ ਉਹਦਾ ਟੈਂਕ ਗਿਰਿਆ ਤੇ ਰੋਲ ਹੋ ਕੇ, ਕਿਉਂਕਿ ਉਹ ਇੱਕ ਪਾਸੇ ਭਾਰ ਇੰਨਾ ਹੋ ਜਾਂਦਾ ਹੈ, ਦੂਜੇ ਪਾਸੇ ਪਲਟ ਜਾਂਦਾ ਹੈ, ਏਅਰਕ੍ਰਾਫਟ ਅੰਦਰ ਚਲਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਮੇਰੇ ਨਾਲ ਹੋਇਆ ਕਿ ਟੈਂਕ ਗਿਰਿਆ ਤੇ ਨਾਈਟ ਨੂੰ ਕੰਟਰੋਲ ਕਰਨਾ ਟੇਕ ਆਫ ਦੇ ਉੱਤੇ ਬਹੁਤ ਔਖਾ ਹੈ। ਉਹਦੀ ਫਲਾਈਂਗ ਦੀਆਂ ਜਿਹੜੀਆਂ ਸਟੈਟਿਸਟਿਕਸ ਨੇ ਜਾਂ ਉਹਦੀ ਜਿਹੜੀ ਕੰਟਰੋਲਿੰਗ ਹੁੰਦੀ ਹੈ ਉਹ ਬੜੀ ਟੈਕਨੀਕਲੀ ਹੁੰਦੀ ਹੈ। ਤੇ ਉਸ ਦੇ ਉੱਤੇ ਫਾਰਚੂਨੇਟਲੀ ਅਗੇਨ ਮੈਂ ਕੁਛ ਬਹੁਤ ਸ਼ਾਰਪ ਮਾਈਂਡ ਦੇ ਨਾਲ ਉਹਨੂੰ ਮੈਂ ਕੰਟਰੋਲ ਕਰਕੇ, ਮਤਲਬ ਕਿ ਏਅਰਕ੍ਰਾਫਟ ਸਿੱਧਾ ਹੋਣ ਦੀ ਬਜਾਏ ਐਸ ਐਜ 'ਤੇ ਸੀ। ਜਦੋਂ ਮੈਂ ਉਹਨੂੰ ਕੰਟਰੋਲ ਕਰਕੇ ਉੱਪਰ ਚੜ੍ਹਿਆ, ਸਪੀਡ ਗੇਨ ਹੋਈ, ਸਪੀਡ ਗੇਨ ਦੇ ਨਾਲ ਫਿਰ ਕੰਟਰੋਲ ਆ ਗਏ ਵਾਪਸ। ਤੇ ਫਿਰ ਉਹ ਫਿਊਲ ਸੀ ਜਿਹੜਾ ਦੂਜੇ ਟੈਂਕ ਦੇ ਵਿੱਚ, ਉਹਨੂੰ ਖ਼ਤਮ ਕਰਕੇ ਉਹ ਟੈਂਕ ਡ੍ਰੌਪ ਕੀਤਾ ਗਿਆ। ਤੇ ਹੁੰਦਾ ਉਹਦੇ 'ਚ ਪ੍ਰੋਵੀਜ਼ਨ, ਤੇ ਉਹ ਫਿਰ ਮੈਂ ਲੈਂਡ ਕੀਤਾ। ਤੇ ਉਸ ਟਾਈਮ ਦੇ ਉੱਤੇ ਐਕਚੁਅਲੀ ਮੈਂ ਫਲਾਈਂਗ ਇੰਸਟਰਕਟਰਸ ਕੋਰਸ ਕਰਨ ਜਾ ਰਿਹਾ ਸੀ। ਦੂਜੇ ਦਿਨ ਫਿਰ ਮੈਂ ਚਲਾ ਗਿਆ ਸੀ। ਤੇ ਇਹ ਸੀ ਚਾਂਸਸ। ਹੋਰ ਛੋਟੇ ਛੋਟੇ ਬੜੇ ਅਸਮਾਨ 'ਚ ਹੁੰਦੇ ਹੋ ਜਦੋਂ ਇੱਕ ਫਾਈਟਰ ਪਾਇਲਟ ਦਾ ਜਦੋਂ ਅਸਮਾਨ 'ਚ ਹੁੰਦਾ ਹੈ, ਹਾਂਜੀ, ਕਿੰਨੀ ਕੁ ਸਪੀਡ 'ਤੇ ਹੁੰਦਾ ਤੇ ਉਹਦੇ ਦਿਮਾਗ ਦੇ ਵਿੱਚ ਕੀ ਕੁਝ ਚੱਲਦਾ ਹੁੰਦਾ? ਦੇਖੋ ਜੀ, ਫਾਈਟਰ ਏਅਰਕ੍ਰਾਫਟ ਹੈ ਨਾ ਜਿਹੜਾ, ਉਹਦੀ ਨਾਰਮਲ ਵਰਕਿੰਗ ਸਪੀਡ ਹੈ ਜਿਹੜੀ ਉਹ 700 ਕਿਲੋਮੀਟਰ ਹੈ। ਹਾਂ ਬਿਲਕੁਲ। ਮੋਟਰਸਾਈਕਲ 100 ਤੇ ਹੋਵੇ ਤਾਂ ਬੰਦਾ ਸੰਭਲਦਾ ਨਹੀਂ। 700 ਕਿਲੋਮੀਟਰ ਵਰਕਿੰਗ ਸਪੀਡ ਹੈ ਉਹਦੀ। ਹਾਂਜੀ। ਅਸੀਂ ਉਹਨੂੰ 350 350 ਨਾਟੀਕਲ ਮਾਈਲ ਹੁੰਦੀ ਆ ਉਹ। ਹੁਣ ਅੱਜ ਕੱਲ੍ਹ ਤਾਂ ਕਿਲੋਮੀਟਰ 'ਚ ਆ ਗਏ, ਪਹਿਲਾਂ ਨਾਟੀਕਲ ਮਾਈਲਸ ਹੁੰਦੇ ਸੀ ਜੀ ਸਾਡੇ ਟਾਈਮ 'ਤੇ। ਤੇ ਉਹ ਵਰਕਿੰਗ ਸਪੀਡ ਹੈ ਉਹਦੀ ਏਅਰਕ੍ਰਾਫਟ ਦੀ, ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣਾ। ਤੇ ਫਿਰ ਉਹਨੂੰ ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਦੀ ਕੰਬੀਨੇਸ਼ਨ ਕਰਨਾ ਪੈਂਦਾ। ਤੇ ਬਾਕੀ ਏਅਰਕ੍ਰਾਫਟ ਜਿਵੇਂ ਹੁਣ ਨਾਈਟ ਸੀ ਜਿਹੜਾ, ਉਹ 800 ਕਿਲੋਮੀਟਰ ਦੀ ਸਪੀਡ ਤੱਕ ਅਸੀਂ ਰਨ ਇਨ ਕਰਦੇ ਹੁੰਦੇ ਸੀ
ਜਦੋਂ ਟਾਰਗੇਟ ਤੇ ਜਾਣਾ ਹੈ ਰਨ ਇਨ ਕਰਨ ਵਾਸਤੇ 420 ਨਾਟੀਕਲ ਮਾਈਲ ਦੀ ਸਪੀਡ ਤੇ ਜਾਣਾ ਹੈ। ਇੱਕ ਪੋਰਸ਼ਨ ਹੁੰਦਾ ਹੈ ਉਹਨੂੰ ਕਵਰ ਕਰਨ ਲਈ, ਤੇ ਉਹ ਜਦੋਂ ਉਹਦਾ ਫਾਇਰਿੰਗ ਦਾ ਟੈਕਨੀਕ ਹੀ ਐਸਾ ਹੈ ਕਿ ਉਹ ਸਾਨੂੰ ਸਪੀਡ ਚਾਹੀਦੀ ਹੁੰਦੀ ਹੈ। ਸਪੀਡ ਤੋਂ ਲੋ ਲੈਵਲ ਤੋਂ 100 ਫੁੱਟ ਤੋਂ 100 ਫੁੱਟ ਤੋਂ ਉੱਪਰ ਏਅਰਕ੍ਰਾਫਟ ਚੱਕਣਾ ਹੈ, ਉਹਦੇ ਵਾਸਤੇ ਇੱਕ ਸਪੀਡ ਚਾਹੀਦੀ ਹੈ, ਕਿਉਂਕਿ એનર્ਜੀ ਹੈ। એનર્ਜੀ ਨੂੰ ਕਨਵਰਟ ਕਰਨਾ ਹਾਈਟ ਦੇ ਵਿੱਚ ਕਨਵਰਟ ਕਰਕੇ ਫਿਰ ਫਾਇਰਿੰਗ ਦੀ ਜਿਹੜੀ ਸਪੀਡ ਹੈ ਰਾਕਟਸ ਦੀ ਉਹ ਵੀ 420 ਕਿਲੋਮੀਟਰ ਮੀਲ ਹੈ। ਦੈਟ ਮੀਨਸ ਅਬਾਊਟ 800 ਕਿਲੋਮੀਟਰ ਦੀ ਸਪੀਡ ਹੁੰਦੀ ਹੈ ਜਦੋਂ ਫਾਇਰ ਹੁੰਦਾ ਹੈ। ਗਨਸ ਫਾਇਰ ਕਰੀ ਦੀਆਂ ਉਹ 700 ਦੇ ਕਰ ਹੁੰਦੀਆਂ ਨੇ, ਤੇ ਰਾਕਟ ਹੈ ਜਿਹੜੇ ਉਹ 800 ਤੇ ਫਾਇਰ ਹੁੰਦੇ ਆ। ਬੰਬ ਡ੍ਰੌਪਿੰਗ ਦੀਆਂ ਅੱਡ ਸਪੀਡਸ ਨੇ, ਲੋ ਲੈਵਲ ਡ੍ਰੌਪਿੰਗ ਦੀ ਹੋਰ ਸਪੀਡ ਹੈ, ਹਾਈ ਲੈਵਲ ਦੀ ਹੋਰ ਸਪੀਡ ਹੈ। ਸਰ ਇਹ ਇੰਨੀ ਸਪੀਡ ਹੈ, ਸਾਰਾ ਕੁਝ ਤੁਹਾਡੇ ਸਾਹਮਣੇ ਟੈਕਨੀਕਸ ਹੁੰਦੀਆਂ ਵੀ ਐਂ ਕਰਨਾ ਹੈ ਉਹ ਕਰਨਾ ਹੈ, ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜਦੋਂ ਤੁਸੀਂ ਸਮਾਨ ਚੁਣਦੇ ਹੋ? ਦੇਖੋ ਜੀ, ਮਨ ਹੈ ਨਾ ਜਿਹੜਾ ਇੱਕ ਪਾਇਲਟ ਦਾ ਮਨ ਹੈ, ਜਦੋਂ ਏਅਰਕ੍ਰਾਫਟ ਦੇ ਵਿੱਚ ਅਸੀਂ ਬੈਠ ਜਾਂਦੇ ਹਾਂ ਨਾ, ਹਾਂਜੀ, ਅਸੀਂ ਏਅਰਕ੍ਰਾਫਟ ਦਾ ਪਾਰਟ ਬਣ ਜਾਂਦੇ ਹਾਂ। ਅੱਛਾ, ਏਅਰਕ੍ਰਾਫਟ ਹੀ ਬਣ ਜਾਂਦੇ ਹੋ? ਏਅਰਕ੍ਰਾਫਟ ਦਾ ਪਾਰਟ ਬਣ ਜਾਂਦੇ ਹਾਂ ਅਸੀਂ। ਸਾਡੇ ਮਨ ਦੇ ਵਿੱਚ ਨਾ ਸਾਡੀ ਫੈਮਿਲੀ, ਹਾਂਜੀ, ਨਾ ਸਾਡੇ ਬੱਚੇ, ਤੇ ਨਾ ਸਾਡੀ ਕੋਈ ਹੋਰ ਦੁਨੀਆਦਾਰੀ ਹੁੰਦੀ ਹੈ। ਅੱਛਾ, ਅਸੀਂ ਏਅਰਕ੍ਰਾਫਟ 'ਚ ਜਦੋਂ ਇੱਕ ਵਾਰੀ ਬੈਠ ਕੇ ਸਟ੍ਰੈਪ ਬੰਨ੍ਹ ਲਏ, ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਪੁਰਜਾ ਬਣ ਗਏ ਹੋ ਏਅਰਕ੍ਰਾਫਟ ਦਾ। ਦੁਨੀਆਦਾਰੀ ਨਾਲ ਕੋਈ ਮਤਲਬ? ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ। ਜੇ ਦੁਨੀਆਦਾਰੀ ਜਿਹੜਾ ਬੰਦਾ ਸੋਚ ਲਿਆ ਤੁਸੀਂ, ਹਾਂਜੀ, ਤੇ ਤੁਸੀਂ ਤੁਹਾਡਾ ਮਨ ਹੈ ਜਿਹੜਾ ਉਹ ਪਾਸੇ ਗਿਆ, ਤੇ ਤੁਹਾਡੇ ਜਿਹੜੇ ਡਿਸੀਜਨਸ ਨੇ ਉਹ ਅਫੈਕਟ ਕਰਨ ਲੱਗ ਜਾਂਦੇ ਨੇ। ਇਨਫੈਕਟ ਕਈ ਵਾਰੀ ਜਦੋਂ ਕ੍ਰੈਸ਼ਿਸ ਹੁੰਦੇ ਨੇ ਨਾ ਸਾਡੇ ਜੀ, ਉਹਦੇ ਵਿੱਚ ਇਨਕੁਆਇਰੀਜ਼ ਵਾਲੇ ਬੰਦੇ ਇਸ ਚੀਜ਼ ਦੇ ਉੱਤੇ ਕਨਸਨਟ੍ਰੇਟ ਕਰਦੇ ਨੇ ਕਿ ਇਸ ਬੰਦੇ ਦੀ ਬੈਕਗਰਾਊਂਡ, ਫੈਮਿਲੀ, ਮੈਰਿਡ, ਬੱਚਿਆਂ ਦੀ ਕੀ ਸਥਿਤੀ ਹੈ, ਤੇ ਇਹਦੇ ਮਨ 'ਚ ਕੁਝ ਹੋਰ ਤਾਂ ਨਹੀਂ ਸੀ ਚੱਲ ਰਿਹਾ ਕਿਤੇ। ਅੱਛਾ, ਜਿਹੜੀ ਬਹੁਤੀਆਂ ਕ੍ਰੈਸ਼ਸ ਦੇ ਵਿੱਚ ਜੋ ਹੈ ਦੇਖਣ ਨੂੰ ਕੀ ਮਿਲਿਆ? ਦੇਖਣ ਨੂੰ ਕ੍ਰੈਸ਼ਿਸ ਦੇ ਵਿੱਚ ਦੇਖਣ ਨੂੰ ਏਅਰਕ੍ਰਾਫਟ ਦੇ ਵਿੱਚ ਆਮ ਤੌਰ ਤੇ 99% ਜਿਹੜੇ ਕ੍ਰੈਸ਼ਿਸ ਨੇ ਉਹ ਪਾਇਲਟ ਦੀ ਗਲਤੀ ਨਾਲ ਹੁੰਦੇ ਨੇ ਮੇਰੇ ਹਿਸਾਬ ਨਾਲ। ਮੇਜਰ ਕੀ ਗਲਤੀ ਰਹੀ? ਮੇਜਰ ਗਲਤੀਜ਼ ਹੁੰਦੀਆਂ ਨੇ ਜਿਹੜੇ ਟਾਈਮਲੀ ਤੁਸੀਂ ਡਿਸੀਜਨ ਨਹੀਂ ਲੈਣਾ, ਫਿਰ ਆਨਾਕਾਣੀ 10 ਸੈਕਿੰਡ ਦੀ ਵੀ ਹੋ ਗਈ। ਜਿਵੇਂ ਆ ਲੇਟਲੀ ਇੱਕ ਕ੍ਰੈਸ਼ ਹੋਇਆ ਹੈ, ਉਹਦੇ ਵਿੱਚ ਉਹ ਬੱਚੇ ਦੀ ਜਿਹੜੀ ਐਜੈਕਸ਼ਨ ਕਰਨ ਦੀ ਜਿਹੜੀ ਡਿਸੀਜਨ ਸੀ ਉਹ ਲੇਟ ਹੋਇਆ ਕਿਤੇ ਬਾਈ ਚਾਂਸ। ਹੁਣ ਮੈਨੂੰ ਪੂਰੀਆਂ ਫੁੱਲ ਡਿਟੇਲ ਨਹੀਂ ਪਤਾ ਉਹਦੀਆਂ, ਕਿਉਂਕਿ ਜੇ ਮੈਂ ਹੁਣ ਕੁਛ ਕਹਾਂਗਾ ਤਾਂ ਉਹਦੀ ਗਲਤ ਆਨਸਰ ਉਹਦਾ ਮੀਨਿੰਗ ਵੀ ਲਿਆ ਜਾ ਸਕਦਾ ਹੈ। ਪਰ ਮੇਰੇ ਮੁਤਾਬਕ ਉਹ ਬੱਚਾ ਸੀ ਜਿਹੜਾ ਉਹ ਇੱਕ ਦੂਜੇ ਨਾਲ ਭਿੜੇ ਨੇ, ਉਹ ਜਿਹੜੇ ਕ੍ਰਾਫਟ 'ਚ 2 ਸੀ ਉਹ ਤਾਂ ਰਿਜੈਕਟ ਕਰ ਗਏ ਤੇ ਬਾਹਰ ਨਿਕਲ ਗਏ ਉਹ, ਤੇ ਜਿਹੜਾ ਦੂਜਾ ਸੀ ਉਹਨੂੰ ਟਾਈਮ ਜਾਂ ਤਾਂ ਉਹਦੇ ਕੋਲ ਹੈ ਨਹੀਂ ਸੀ ਟਾਈਮ ਇਜੈਕਟ ਕਰਨ ਨੂੰ, ਜਾਂ ਉਹਨੇ 5 ਸੈਕਿੰਡ ਕਿਤੇ ਇਜੈਕਸ਼ਨ ਲੇਟ ਕਰਤੀ ਤੇ ਕ੍ਰੈਸ਼ ਹੋ ਗਿਆ। ਤੁਹਾਡੇ ਕੋਲੇ ਜਦੋਂ ਤੁਸੀਂ ਬਾਹਰ ਉਹ ਨਿਕਲ ਸਕਦੇ ਆ ਸੇਫਲੀ, ਕਿੰਨਾ ਟਾਈਮ ਹੁੰਦਾ ਸੇਫਲੀ ਬਾਹਰ ਨਿਕਲਣ ਵਾਸਤੇ? ਸੇਫਲੀ ਬਾਹਰ ਨਿਕਲਣ ਵਾਸਤੇ ਕਿੰਨੀ ਉਹਦੀ ਹੁੰਦੀ ਹੈ ਕੈਪੈਸਿਟੀ ਬਾਹਰ ਜਿਹੜਾ ਉਹ ਚੱਕ ਕੇ ਮਾਰਦਾ ਬਾਹਰ? ਓਕੇ, ਮੈਂ ਤੁਹਾਨੂੰ ਇਹਦਾ ਦੱਸਦਾ। ਉਹ ਗੇਨ ਟੈਕਨੀਕਲ ਚੀਜ਼ਾਂ ਨੇ ਇਹ ਸਾਰੀਆਂ। ਹਰ ਇੱਕ ਰਿਜੈਕਸ਼ਨ ਸੀਟ ਹੈ ਜਿਹੜੀ ਉਹ 0-0 ਰਿਜੈਕਸ਼ਨ ਸੀਟ ਹੈ ਅੱਜ ਕੱਲ੍ਹ ਏਅਰਕ੍ਰਾਫਟ ਲੇਟੈਸਟ ਹੈ ਜਿਹੜੇ। ਸਾਡੇ ਟਾਈਮ ਦੇ ਉੱਤੇ ਮਿਨੀਮਮ ਸਪੀਡ ਹੁੰਦੀ ਸੀ ਏਅਰਕ੍ਰਾਫਟ ਦੀ ਤੇ ਮਿਨੀਮਮ ਹਾਈਟ ਹੁੰਦਾ ਸੀ। ਉਹਨੂੰ ਸੈਕਿੰਡਸ ਜਿਹੜੇ 2 ਸੈਕਿੰਡ ਲੱਗਦੇ ਨੇ ਕਾਰਟ੍ਰਿਜ ਫਾਇਰ ਹੋਣ ਨੂੰ, ਏਅਰਕ੍ਰਾਫਟ ਤੋਂ ਸੀਟ ਬਾਹਰ ਨਿਕਲਣ ਲਈ, ਤੇ ਉਹਦਾ ਟਾਈਮਿੰਗ ਹੈ ਜਿਹੜਾ ਉਹ 15 ਸੈਕਿੰਡ ਦੇ ਅੰਦਰ ਅੰਦਰ ਜੇ ਤੁਸੀਂ ਨਹੀਂ ਨਿਕਲ ਸਕਦੇ ਤੇ ਉਹ ਫਿਰ ਕੀ ਹੈ ਕਿ ਤੁਹਾਡਾ ਇੱਕ ਹਾਈਟ ਨਹੀਂ ਮਿਲੇਗੀ ਤੁਹਾਨੂੰ, ਪੈਰਾਸ਼ੂਟ ਖੋਲ੍ਹਣ ਵਾਸਤੇ ਤੇ ਲੈਂਡ ਕਰਨ ਵਾਸਤੇ ਟਾਈਮ ਨਹੀਂ ਹੁੰਦਾ। ਪਰ ਅੱਜ ਏਅਰਕ੍ਰਾਫਟ ਖੜੇ ਏਅਰਕ੍ਰਾਫਟ ਤੋਂ ਤੁਸੀਂ ਜੇ ਇਜੈਕਟ ਕਰ ਦਿਓ ਤੇ ਉਹਦੇ ਵਿੱਚ ਇੰਨੀ ਕੁ ਸ਼ਮਤਾ ਹੈ ਕਿ ਉਹ ਏਅਰਕ੍ਰਾਫਟ ਤੁਹਾਨੂੰ ਇੰਨਾ ਉੱਚਾ ਸੀਟ ਲੈ ਜਾਊਗੀ, ਛਤਰੀ ਵੀ ਖੁੱਲ੍ਹ ਜਾਏਗੀ ਤੇ ਸੇਫਲੀ ਲੈਂਡ ਵੀ ਕਰ ਜਾਓਗੇ ਤੁਸੀਂ। ਉਹਨੂੰ 0-0 ਇਜੈਕਸ਼ਨ ਸੀਟ ਕਿਹਾ ਜਾਂਦਾ ਹੈ। ਤੇ ਸਾਡੇ ਜਿਹੜੇ ਟਾਈਮ ਸੀ, ਲਾਈਕ ਮੈਂ ਹੁਣ ਜਿਵੇਂ ਪਹਿਲਾਂ ਵੀ ਕਿਹਾ, ਸਾਡੇ ਟਾਈਮ ਦੇ ਉੱਤੇ ਕੁਛ ਟਾਈਮ ਐਕਸਟਰਾ ਲੱਗਦਾ ਸੀ, ਮਿਨੀਮਮ ਸਪੀਡ ਹੁੰਦੀ ਸੀ ਕਿਉਂਕਿ ਇੱਕ ਇਨਰਸ਼ੀਆ ਚਾਹੀਦਾ ਸੀ
ਉਸ ਸਪੀਡ ਨੂੰ ਇਜੈਕਸ਼ਨ ਸੀਟ ਨੂੰ ਬਾਹਰ ਕੱਢਣ ਨਾਲ। ਫਿਰ ਇੱਕ ਐਂਗਲ ਵੀ ਹੁੰਦਾ ਹੈ ਵੀ ਕਿਸ ਐਂਗਲ ਤੇ, ਫਰਜ਼ ਕਰੋ ਤੁਸੀਂ ਇਸ ਐਂਗਲ ਤੇ ਬਿਲਕੁਲ 90 ਡਿਗਰੀ ਦੇ ਉੱਤੇ ਇਜੈਕਟ ਕਰ ਜਾਓ ਤੇ ਉਹ ਸਾਈਡਵੇਜ਼ ਜਾਓਗੇ ਤੁਸੀਂ 에ਅਰਕ੍ਰਾਫਟ ਦੇ। ਜੇ ਲੋ ਲੈਵਲ ਹੈ ਤੁਹਾਡਾ, ਜੇ ਬਾਈ ਚਾਂਸ ਐਂਗਲ ਨੀਚੇ ਹੈ ਤੇ ਸਾਈਡਵੇਜ਼ ਜਾਓਗੇ ਤੁਸੀਂ ਤੇ ਉਹਦੀ ਇਜੈਕਸ਼ਨ ਸੀਟ ਨੂੰ ਖੋਲ੍ਹਣ ਨੂੰ, ਸਿੱਧੀ ਹੋਣ ਨੂੰ, ਸਟੇਬਲ ਹੋਣ ਨੂੰ, ਸਟੈਬਲਾਈਜ਼ ਵੀ ਕਰਨੀ ਹੈ ਨਾ ਸੀਟ ਉਹਨੂੰ, ਉਹਦਾ ਟਾਈਮ ਵੀ ਲੱਗ ਜਾਂਦਾ ਹੈ। ਸੋ ਇਜੈਕਸ਼ਨ ਸੀਟ ਦੇ ਪਾਇਲਟ ਦੀ ਜ਼ਿੰਦਗੀ ਜਾਨੀ ਬਹੁਤ ਹੀ ਕਹਿ ਸਕਦੇ ਹਾਂ ਕਿ ਰਿਸਕੀ ਪਾਰਟ ਹੁੰਦਾ। ਰਿਸਕੀ ਪਾਰਟ ਹੈ ਵਰਲਡ ਦੀ ਦੇ ਪ੍ਰੋਫੈਸ਼ਨਸ ਦੇ ਵਿੱਚ। ਹਾਂਜੀ। ਸਭ ਤੋਂ ਡੇਂਜਰਸ ਪ੍ਰੋਫੈਸ਼ਨ ਹੈਗਾ ਪਣਡੁੱਬੀਆਂ ਵਾਲਿਆਂ ਦਾ। ਅੱਛਾ ਜੀ। ਤੇ ਸੈਕੰਡ ਨੰਬਰ 2 ਦੇ ਉੱਤੇ ਸਭ ਤੋਂ ਰਿਸਕੀ ਪ੍ਰੋਫੈਸ਼ਨ ਇੱਕ ਫਾਈਟਰ ਪਾਇਲਟ ਦਾ ਹੈ। ਤੁਸੀਂ ਇਰਾਕ ਦੇ ਵਿੱਚ ਸਿਖਾਉਣ ਵੀ ਗਏ? ਜੀ ਹਾਂ, ਇੰਸਟ੍ਰਕਟਰ ਵਜੋਂ ਗਏ। ਇੰਡੀਆ ਦੀ ਉਦੋਂ ਲਿਸਟ ਦੇ ਵਿੱਚ ਜਿਹੜੀ ਇੰਸਟ੍ਰਕਟਰ ਗਏ ਤਾਂ ਤੁਹਾਡਾ ਚੌਥਾ ਨੰਬਰ ਸੀ। ਹਾਂਜੀ। ਕਿਹੜੀ ਖਾਸੀਅਤ ਸੀ ਤੁਹਾਡੇ 'ਚ? ਇੱਕ ਤਾਂ ਹਰ ਇੱਕ ਹੁੰਦਾ ਨਾ, ਕਹਿੰਦੇ ਡਾਕਟਰ ਆ, MD ਹੈ, ਤੁਸੀਂ ਕਿਹੜੀ ਚੀਜ਼ 'ਚ? ਹਾਂਜੀ, ਮੈਂ ਐਕਚੁਅਲੀ ਇੱਕ ਤਾਂ ਟ੍ਰੇਨਿੰਗ ਥੋੜ੍ਹੀ ਜਿਹੀ ਮੈਂ ਕੀਤੀ ਹੈ ਜ਼ਿਆਦਾ। ਮੈਂ ਚੀਫ ਫਲਾਈਂਗ ਇੰਸਟ੍ਰਕਟਰ ਦੀ ਜੌਬ ਦੇ ਉੱਤੇ ਰਿਹਾ 2 ਵਾਰੀ 에ਅਰਫੋਰਸ ਅਕੈਡਮੀ 'ਚ। ਉਦੋਂ ਮੈਂ ਚੀਫ ਫਲਾਈਂਗ ਇੰਸਟ੍ਰਕਟਰ ਸੀ। ਫਿਰ ਮੈਂ A ਕੈਟੇਗਰੀ ਇੰਸਟ੍ਰਕਟਰ ਸੀ। ਉੱਥੇ ਸਿਰਫ A ਕੈਟੇਗਰੀ ਇੰਸਟ੍ਰਕਟਰ ਹੀ ਜਾਂਦੇ ਨੇ ਔਰ A ਕੈਟੇਗਰੀ ਇੰਸਟ੍ਰਕਟਰ ਬਣਨ ਵਾਸਤੇ ਮਿਨੀਮਮ ਐਕਸਪੀਰੀਅੰਸ ਚਾਹੀਦਾ। 400 ਫਲਾਈਂਗ ਆਵਰਸ ਸਿਰਫ ਇੰਸਟਰਕਸ਼ਨ, ਜਿਹੜਾ ਵੀ ਸਿਖਾਉਣ ਦੇ 400 ਘੰਟੇ ਅਲੱਗ ਹੋਣੇ ਚਾਹੀਦੇ। ਉਹ ਫਿਰ ਦੈਨ ਮਿਨੀਮਮ ਪਾਸ ਮਾਰਕ ਜਿਹੜੇ ਹੁੰਦੇ ਨੇ A ਕੈਟੇਗਰੀ ਇੰਸਟ੍ਰਕਟਰ ਬਣਨ ਵਾਸਤੇ 80% ਹੁੰਦੇ ਹੈ ਮਿਨੀਮਮ ਪਾਸ ਮਾਰਕਸ। ਅੱਛਾ। ਜੇ ਜੇ ਤੁਸੀਂ 80% ਨੰਬਰ ਨਹੀਂ ਲੈ ਸਕਦੇ ਤੇ ਤੁਸੀਂ A ਕੈਟੇਗਰੀ ਇੰਸਟ੍ਰਕਟਰ ਨਹੀਂ ਬਣ ਸਕਦੇ। ਜਦੋਂ ਤੁਸੀਂ ਮੰਨ ਲਓ ਵੀ ਅਸੀਂ ਜਹਾਜ਼ ਉੱਡਦੇ ਦੇਖਦੇ ਹਾਂ, ਫਾਈਟਰ ਪਾਇਲਟ ਉੱਡਦੇ ਦੇਖਦੇ ਹਾਂ, ਇਹ ਕਿੰਨਾ ਚਿਰ ਟ੍ਰੇਨਿੰਗ ਦੌਰਾਨ ਜਦੋਂ ਇੱਥੇ ਉੱਡ ਕੇ ਟ੍ਰੇਨਿੰਗ ਕਰਦੇ ਆ ਜਾਂ ਆਪਦਾ ਕਰਦੇ ਆ, ਕਿੰਨਾ ਚਿਰ ਅਸਮਾਨ 'ਚ ਰਹਿੰਦੇ ਆ ਇਹ? ਡਿਪੈਂਡ ਕਰਦਾ ਅਗੇਨ ਵੀ ਤੁਸੀਂ ਕੀ ਕਰ ਰਹੇ ਹੋ। ਅੱਛਾ ਜੀ। 에ਅਰਕ੍ਰਾਫਟ ਦੇ ਵਿੱਚ ਫਿਊਲ ਹੁੰਦਾ ਹੈ ਅਲੱਗ-ਅਲੱਗ। ਅੱਜ ਕੱਲ੍ਹ ਤਾਂ ਫਿਊਲ ਕਾਫੀ ਲੰਮਾ ਹੋ ਗਿਆ। ਸਾਡੇ ਟਾਈਮ ਦੇ ਉੱਤੇ ਸਿਰਫ ਨਾਰਮਲ ਵਰਕਿੰਗ 에ਅਰਕ੍ਰਾਫਟ ਹੈ ਜਿਹੜਾ, ਉਹ 1 ਘੰਟੇ ਦੀ ਫਲਾਈਂਗ ਕਰ ਸਕਦਾ ਸੀ। ਤੇ ਕਿੰਨਾ ਤੇਲ ਖਾ ਜਾਂਦਾ ਜੀ? ਤੇ ਤੇਲ ਤਾਂ ਹਿਸਾਬ ਹੀ ਨਹੀਂ ਹੁੰਦਾ ਕੋਈ। ਅੱਛਾ ਜੀ। ਫਿਰ ਵੀ ਕਿੰਨਾ ਹੁੰਦਾ ਦੇ? ਨਹੀਂ, ਅੱਜ ਜਿਹੜੇ 에ਅਰਕ੍ਰਾਫਟ ਨੇ ਜਿਵੇਂ ਟਵਿਨ 2 ਇੰਜਨਾਂ ਵਾਲਾ 에ਅਰਕ੍ਰਾਫਟ ਹੈ ਤੇ ਜਿਵੇਂ ਹੁਣ ਆ ਨਵੇਂ ਮਿਗਜ਼ 29 ਮਾਰਕ 30 ਵਗੈਰਾ ਆਏ ਨੇ, ਇਹ ਤਾਂ ਇਹਨਾਂ ਦਾ ਤਾਂ ਹਿਸਾਬ ਹੀ ਕੋਈ ਨਹੀਂ ਤੇਲ ਕਿੰਨਾ ਖਾ ਜਾਂਦੇ ਨੇ। ਮਤਲਬ ਕਿ 1 ਸੈਕਿੰਡ ਦੇ ਮੇਰਾ ਖਿਆਲ ਦੇ ਵਿੱਚ 100 ਗੈਲਨ ਤੇਲ ਚੱਕ ਜਾਂਦਾ ਹੈ 1 ਸੈਕਿੰਡ ਦੇ ਵਿੱਚ। ਹਾਂਜੀ, ਕਿਉਂਕਿ ਜੋ ਫੁੱਲ ਆਫਟਰ ਬਰਨਰ ਤੇ 에ਅਰਕ੍ਰਾਫਟ ਲੱਗਿਆ ਹੋਵੇ, 2 ਇੰਜਨ ਹੋਣ ਤੇ ਆਫਟਰ ਬਰਨਰ ਚੱਲ ਰਿਹਾ ਹੋਵੇ, ਉਹ ਜਿਵੇਂ ਆਪਾਂ ਬਾਲਟੀ ਚੱਕ ਕੇ ਮੂਧੀ ਕਰ ਦਿੰਦੇ ਨਾ, ਐਂ ਤੇਲ ਪੈਂਦਾ ਉਹਦੇ 'ਚ। ਅੱਛਾ। ਤਾਂ ਜਾ ਕੇ ਆਫਟਰ ਬਰਨਰ ਤੇ ਇੰਨੀ ਥਰਸਟ ਬਣਦੀ ਹੈ ਉਹਦੀ 에ਅਰਕ੍ਰਾਫਟ ਦੀ। ਤੁਸੀਂ ਉਡਾਨ ਦੀ ਤਾਂ ਆਪਾਂ ਗੱਲ ਕਰ ਲਈ ਹੈ। ਤੁਸੀਂ ਉੱਥੇ ਸਿਖਾਉਣ ਗਏ ਈਰਾਨ ਦੇ ਵਿੱਚ, ਇਰਾਕ ਦੇ ਵਿੱਚ। ਉੱਥੇ ਸਾਡੀ ਜ਼ਮੀਨ ਅਸਮਾਨ ਨਾਲੋਂ ਜਾਂ ਸਾਡੇ ਜਹਾਜ਼ਾਂ ਨਾਲੋਂ ਕੀ ਫਰਕ ਸੀ? ਉੱਥੇ ਸਿਖਾਉਣ ਦਾ ਕੀ ਤਜਰਬਾ ਰਿਹਾ ਤੁਹਾਡਾ? ਉੱਥੇ ਜੀ ਤਜਰਬਾ ਬਹੁਤ ਚੰਗਾ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਸੀ ਜਿਹੜੀ ਉੱਥੇ, ਸਭ ਤੋਂ ਵੱਡੀ ਪ੍ਰੋਬਲਮ ਸੀ ਲੈਂਗੁਏਜ ਦੀ, ਬੋਲੀ ਦੀ। ਉਹ ਲੋਕ ਸਾਰੇ ਇਰਾਕੀ ਬੋਲਦੇ ਸਨ, ਅਸੀਂ ਇੰਗਲਿਸ਼ ਬੋਲਦੇ ਸਾਂ ਜਾਂ ਹਿੰਦੀ ਬੋਲ ਸਕਦੇ ਸੀ। ਹਿੰਦੀ ਦਾ ਤਾਂ ਮਤਲਬ ਹੀ ਕੋਈ ਨਹੀਂ। ਉਹਨਾਂ ਲੋਕਾਂ ਨੂੰ ਥੋੜ੍ਹੀ ਅੰਗਰੇਜ਼ੀ ਸਿਖਾਈ ਜਾਂਦੀ ਹੈ ਤੇ ਸਾਨੂੰ ਥੋੜ੍ਹੀ ਇਰਾਕੀ ਸਿਖਾਈ ਜਾਂਦੀ ਸੀ ਵੀ ਤਾਂ ਕਿ ਸਾਡਾ ਕਮਿਊਨੀਕੇਸ਼ਨ ਹੈ ਜਿਹੜਾ ਉਹ ਬਣਿਆ ਰਹੇ। ਸਾਰਿਆਂ ਨੂੰ ਵੱਡੀ ਦਿੱਕਤ ਉੱਥੇ ਇਹ ਸੀ ਕਿ ਲੈਂਗੁਏਜ ਦੀ। ਉਹਦੇ ਵਿੱਚ ਕੀ ਹੈ ਕਿ ਉੱਥੇ ਸਾਨੂੰ ਇੰਨੀ ਡਿਫਿਕਲਟੀਜ਼ ਆਉਂਦੀਆਂ ਸੀ ਉਹਨਾਂ ਨੂੰ ਬੱਚਿਆਂ ਨੂੰ ਐਕਸਪਲੇਨ ਕਰਨੀਆਂ ਕਿ ਉਹਦੇ 'ਤੇ ਸਾਡਾ ਬੜਾ ਟਾਈਮ ਵੇਸਟ ਹੁੰਦਾ ਸੀ। ਅਤੇ ਜਹਾਜ਼ ਦੇ ਵਿੱਚ ਬਹਿ ਕੇ ਜਿਹੜਾ ਤੁਸੀਂ ਸਿਰਫ 40 ਮਿੰਟ ਜਾਂ 45 ਮਿੰਟ ਕਿਸੇ ਨੂੰ ਸਿਖਾਉਣਾ ਹੈ ਤੇ ਜੇ ਤੁਸੀਂ ਉਹਨੂੰ ਕਨਵੇ ਹੀ ਨਾ ਕਰ ਸਕੇ ਕੁਛ, ਤੇ ਉਹ ਕੀ ਸਿੱਖੂਗਾ? ਕੀ ਗੰਜੀ ਨਹਾਊ, ਕੀ ਨਿਚੋੜੂ। ਅੱਛਾ, ਹੁਣ ਆਪਾਂ ਜਹਾਜ਼ ਉੱਡਣ ਦੀ ਗੱਲ ਕਰ ਲਈ, ਅਸਮਾਨ ਦੀ ਗੱਲ ਕਰੀ, ਲੈਂਡਿੰਗ ਬਹੁਤ ਅਹਿਮ ਹੁੰਦੀ ਹੈ। ਜੀ ਹਾਂ। ਜਹਾਜ਼ ਦੇ ਵਿੱਚ ਲੈਂਡਿੰਗ ਦੇ ਡਿਸੀਜਨਸ ਕਿਸ ਤਰ੍ਹਾਂ ਦੇ ਹੁੰਦੇ ਆ? ਲੈਂਡਿੰਗ ਦਾ ਕ੍ਰਾਈਟੇਰੀਆ ਕੀ ਮੰਨਿਆ ਜਾਂਦਾ ਹੈ? ਦੇਖੋ ਜੀ, ਜਹਾਜ਼ ਦੀ ਜਿੱਥੋਂ ਤੱਕ ਸਾਡਾ ਸਵਾਲ ਹੈ ਐਜ਼ ਏ ਪਾਇਲਟ, ਟੇਕ ਆਫ ਤਾਂ ਫਿਰ ਵੀ ਕ੍ਰਿਟੀਕਲ ਹੈ
ਅੱਛਾ ਜੀ। ਜਿਹੜੀ ਲੈਂਡਿੰਗ ਹੈ, ਲੈਂਡਿੰਗ ਇਜ਼ ਜਸਟ ਅ ਪਾਰਟ ਆਫ ਨਾਰਮਲ ਘਰੇ ਆ ਜਾਣਾ। ਅੱਛਾ। ਪਰ ਜੇ ਐਮਰਜੈਂਸੀ ਹੋ ਗਈ, ਹਾਂਜੀ। ਜਿਵੇਂ ਟਾਇਰ ਖਰਾਬ ਹੋ ਗਿਆ, ਟਾਇਰ ਬਸਟ ਹੋ ਗਿਆ, ਇੱਕ ਲੈਂਡਿੰਗ ਗੇਅਰ ਤੁਹਾਨੂੰ ਪਤਾ ਨੀਚੇ ਇਕੱਠੇ ਹੁੰਦੇ ਨੇ ਉਹਨਾਂ ਦੇ, ਲੈਂਡਿੰਗ ਗੇਅਰ ਇੱਕ ਨਾ ਨੀਚੇ ਆਇਆ, ਹਾਂਜੀ, ਤੇ 에ਅਰਕ੍ਰਾਫਟ ਦਾ ਇੰਜਨ ਰਿਸਪੌਂਸ ਘੱਟ ਕਰ ਰਿਹਾ ਹੈ, ਕਈ ਵਾਰੀ ਇਹੋ ਜਿਹੀਆਂ ਗੱਲਾਂ ਬਹੁਤ ਹੋ ਜਾਂਦੀਆਂ ਨੇ। ਉਦੋਂ ਐਮਰਜੈਂਸੀ ਦੇ ਟਾਈਮ ਦੇ ਉੱਤੇ ਹੀ ਲੈਂਡਿੰਗ ਔਖੀ ਹੈ। ਨਾਰਮਲ ਜਿਹੜੀ ਡੇ ਟੂ ਡੇ ਲਾਈਫ ਹੈ ਉਹ ਤਾਂ ਹੈ ਜਿਵੇਂ ਸਾਈਕਲ ਤੋਂ ਉਤਰ ਕੇ ਘਰੇ ਆ ਗਏ। ਅੱਛਾ। ਉਹ ਲੈਂਡਿੰਗ ਦਾ ਮਤਲਬ ਤਾਂ ਇਹ ਹੈ। ਹਾਂ, ਟੇਕ ਆਫ ਕ੍ਰਿਟੀਕਲ ਜ਼ਰੂਰ ਇਸ ਕਰਕੇ ਹੁੰਦਾ ਹੈ ਕਿ ਟੇਕ ਆਫ ਦੇ ਉੱਤੇ ਤੁਹਾਨੂੰ ਜਿਹੜਾ ਸਪੀਡ ਜ਼ਿਆਦਾ ਹੋ ਜਾਂਦੀ ਹੈ, 에ਅਰਕ੍ਰਾਫਟ ਤੁਹਾਡਾ ਪੂਰਾ ਲੋਡ ਹੁੰਦਾ ਹੈ, ਵਜ਼ਨ ਹੁੰਦਾ ਹੈ ਪੂਰਾ 에ਅਰਕ੍ਰਾਫਟ ਦਾ, ਦੇ ਵਿੱਚ ਫਿਊਲ ਵੀ ਫੁੱਲ ਹੈ। ਕਿੰਨਾ ਤੇਲ ਹੁੰਦਾ ਜੀ ਵਿੱਚ? ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ, ਹਰ ਇੱਕ 에ਅਰਕ੍ਰਾਫਟ ਦਾ ਅਲੱਗ-ਅਲੱਗ ਫਿਊਲ ਹੈ। 10,000 ਗੈਲਨ ਤਾਂ ਨਾਰਮਲ ਹੈ ਇੱਕ ਫਾਈਟਰ ਦੇ ਵਿੱਚ। ਅੱਛਾ। ਹਾਂਜੀ, 10,000 ਗੈਲਨ ਜਿਹੜੇ ਆਹ ਚੱਲਦੇ ਨੇ ਨਾ 에ਅਰਕ੍ਰਾਫਟ ਅੱਜ ਕੱਲ੍ਹ ਵੱਡੇ, ਹਾਂਜੀ। Su-30 ਵਗੈਰਾ, ਇਹਨਾਂ ਦੇ ਵਿੱਚ ਇੰਨਾ ਤੇਲ ਹੋ ਜਾਂਦਾ। ਕੀ ਬਾਤ ਹੈ। ਹਾਂਜੀ। ਸਾਡੇ ਇੱਕ ਲੋਕਾਂ ਦੇ ਵਿੱਚ ਧਾਰਨਾ ਬਣੀ ਵੀ ਆ ਵੀ ਜਹਾਜ਼ਾਂ ਦਾ ਤੇਲ ਵੱਖਰਾ ਹੁੰਦਾ ਹੈ। ਕੀ ਵੱਖਰਾ ਹੁੰਦਾ? ਨਹੀਂ, ਤੇਲ ਵੱਖਰਾ ਨਹੀਂ ਹੁੰਦਾ। ਇਹ ਜਿਹੜਾ ਜੈਟ ਇੰਜਨ ਹੈ ਨਾ, ਜੈਟ ਇੰਜਨ ਮਿੱਟੀ ਦੇ ਤੇਲ ਤੇ ਚੱਲਦਾ। ਅੱਛਾ ਜੀ। ਹਾਂਜੀ, ਪਰ ਇਹ ਮਿੱਟੀ ਦਾ ਤੇਲ ਨਾਰਮਲ ਮਿੱਟੀ ਦਾ ਤੇਲ ਨਹੀਂ ਜਿਹੜਾ ਆਪਾਂ ਸਟੋਵ 'ਚ ਪਾਉਂਦੇ ਆ। ਠੀਕ ਹੈ ਜੀ। ਤੇ ਇਹ ਮਿੱਟੀ ਦਾ ਤੇਲ ਜਿਹੜਾ ਹੁੰਦਾ ਹੈ ਇਹਨੂੰ ਰਿਫਾਈਨ ATF ਕਿਹਾ ਜਾਂਦਾ, ਐਵੀਏਸ਼ਨ ਟਰਬਾਈਨ ਫਿਊਲ। ਅੱਛਾ। ਉਹ ਸਪੈਸ਼ਲ ਮਿੱਟੀ ਦਾ ਤੇਲ ਹੁੰਦਾ ਉਹ ਮਿੱਟੀ ਦਾ ਤੇਲ ਹੀ ਆਪਣੀ ਦੇਸੀ ਲੈਂਗੁਏਜ ਦੇ ਹਿਸਾਬ ਨਾਲ। ਠੀਕ ਹੈ ਜੀ। ਉਹ ਐਵੀਏਸ਼ਨ ਟਰਬਾਈਨ ਫਿਊਲ ਕਿਹਾ ਜਾਂਦਾ ਉਹਨੂੰ। ਇਹ ਜਿਹੀ ਉਹਦੀ ਜਿਹੜੀ ਗੰਧ ਜਾਂ ਸਮੈਲ ਕਹਿ ਲਈਏ? ਨਹੀਂ, ਸਮੈਲ ਥੋੜੀ ਜਿਹੀ ਫਰਕ ਹੁੰਦੀ ਮਿੱਟੀ ਦੇ ਤੇਲ ਨਾਲੋਂ, ਕਿਉਂਕਿ ਉਹ ਰਿਫਾਈਨਡ ਹੁੰਦਾ ਹੈ। ਕਈ ਵਾਰੀ ਉਹਦੇ ਵਿੱਚ ਐਡੀਟਿਵ ਯੂਜ਼ ਕੀਤੇ ਹੋਏ ਹੁੰਦੇ ਨੇ, ਜਿਵੇਂ ਹੁਣ ਆਪਾਂ ਅੱਜ ਕੱਲ੍ਹ ਉਹਨੂੰ JP4 ਆਇਆ, ਇੱਕ ਹੋਰ ਆਇਆ, ਉਹ ਐਡੀਟਿਵ ਅਲੱਗ-ਅਲੱਗ ਹੁੰਦੇ, ਪਰ ਹੈ ਬੇਸਿਕਲੀ ਮਿੱਟੀ ਦਾ ਤੇਲ। ਅੱਛਾ, ਬੇਸਿਕਲੀ ਪੈਟਰੋਲ ਨਹੀਂ ਹੁੰਦਾ। ਪੈਟਰੋਲ ਜਾਂ ਡੀਜ਼ਲ ਨਹੀਂ ਹੁੰਦਾ? ਨਹੀਂ, ਡੀਜ਼ਲ ਨਹੀਂ ਹੁੰਦਾ, ਪੈਟਰੋਲ ਨਹੀਂ ਹੁੰਦਾ। ਮਿੱਟੀ ਦੇ ਤੇਲ ਤੇ ਸਾਰੇ ਜਹਾਜ਼ ਅੱਜ ਤੱਕ ਜਿਹੜੇ ਟਰਬਾਈਨ ਇੰਜਨ ਨੇ, ਜਿੰਨਾ ਟਰਬਾਈਨ ਇੰਜਨ ਚੱਲਦਾ, ਟਰਬਾਈਨ ਇੰਜਨ ਤਾਂ ਤੁਹਾਨੂੰ ਪਤਾ ਅਲੱਗ ਟਾਈਪ ਹੁੰਦੀ ਹੈ, ਉਹ ਮਿੱਟੀ ਦੇ ਤੇਲ ਤੇ ਚੱਲਦੇ। ਅੱਛਾ। ਹਾਂਜੀ। ਮਿੱਟੀ ਦੇ ਤੇਲ ਦੀ ਐਡੀ ਕਿਹੜੀ ਖਾਸੀਅਤ ਹੈ? ਮਿੱਟੀ ਦੇ ਤੇਲ ਦੀਆਂ ਖਾਸੀਅਤ ਇਹ ਹੁੰਦੀ ਹੈ, ਇਹਦੇ ਵਿੱਚ ਇੱਕ ਤਾਂ ਜਿਹੜੀ ਥਰਮਲ ਐਫੀਸ਼ੀਐਂਸੀ ਹੈ ਉਹ ਵੇਖਣੀ ਹੁੰਦੀ ਹੈ ਇਹਨਾਂ ਨੇ, ਪਰ ਉਹਦਾ ਜਿਹੜਾ ਟਰਬਾਈਨ ਦਾ ਜਿਹੜਾ ਇੰਜਨ ਹੈ ਉਹਦੀ ਬਣਤਰ ਹੀ ਅਲੱਗ ਹੈ। ਉਹਦੀ ਬਣਤਰ ਇਸ ਤਰੀਕੇ ਨਾਲ ਅਲੱਗ ਹੈ ਕਿ ਜੇ ਉਹਦੇ 'ਚ ਪੈਟਰੋਲ ਪਾਵਾਂਗੇ ਨਾ, ਉਹ ਕੰਬਸ਼ਨ ਹੋਣ ਤੋਂ ਪਹਿਲਾਂ ਹੀ ਬਰਨ ਹੋ ਜਾਏਗਾ। ਅੱਛਾ। ਉਹਦੀ ਵਾਲੇਟਾਈਲ ਹੁੰਦੀ ਜਿਹੜੀ ਕੰਬਸ਼ਨ ਟੈਂਪਰੇਚਰ ਆ ਉਹ ਬਹੁਤ ਲੋ ਹੁੰਦਾ ਕੰਬਾਈਨ ਇਹਦਾ ਪੈਟਰੋਲ ਦਾ। ਤੋ ਇਸ ਕਰਕੇ ਉਹਦੀ ਇੰਜਨ ਦੀ ਰਿਕੁਆਇਰਮੈਂਟ ਹੈ ਨਾ ਜਿਹੜੀ, ਉਹ ਸਰਟਨ ਟੈਂਪਰੇਚਰ ਹੈ, ਕਿੰਨੇ ਟੈਂਪਰੇਚਰ ਤੇ ਫਿਊਲ ਬਰਨ ਹੋਣਾ ਹੈ, ਕਿੰਨੇ ਟੈਂਪਰੇਚਰ ਤੇ ਉਹਨੂੰ ਅੱਗ ਲੱਗਣੀ ਹੈ, ਵਗੈਰਾ ਵਗੈਰਾ। ਇਹ ਟੈਕਨੀਕਲ ਚੀਜ਼ਾਂ ਗੱਲਾਂ ਨੇ। ਮੈਂ ਤੁਹਾਨੂੰ ਹੋਰ ਇੱਕ ਸਵਾਲ ਮੇਰਾ ਵੀ, ਕੋਈ ਬੰਦਾ ਫਾਈਟਰ ਹੈ ਜਿਹੜਾ ਪਾਇਲਟ ਬਣ ਗਿਆ, ਹਾਂਜੀ, ਉਹਦੇ ਦਿਮਾਗ ਦੇ ਵਿੱਚ 100 ਬੱਚੇ ਵੀ ਆਉਂਦੇ ਆ, ਘਰ ਵਾਲੀ ਵੀ ਆਉਂਦੀ ਹੈ, ਮਾਂ ਪਿਓ ਵੀ ਆਉਂਦੇ ਆ, ਇਹਨੂੰ ਕੰਟਰੋਲ ਕਰਨ ਲਈ ਇੱਕ ਫਾਈਟਰ ਕਿਵੇਂ ਪ੍ਰੈਕਟਿਸ ਕਰਦਾ, ਮਾਈਂਡ ਨੂੰ ਕਿਵੇਂ ਟ੍ਰੇਨ ਕਰਦਾ? ਮਾਈਂਡ ਨੂੰ ਟ੍ਰੇਨ ਕਰਨਾ ਹੈ ਤੇ ਬੜਾ ਔਖਾ ਜੀ, ਬਹੁਤ ਔਖੀ ਚੀਜ਼ ਹੈ ਇਹ। ਬਟ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਐਕਚੁਅਲੀ ਇਹਦੇ ਨਾਲ ਮੈਂ ਕਿਸ ਚੀਜ਼ ਨਾਲ ਤੁਹਾਨੂੰ ਕੰਪੇਅਰ ਕਰਾਂ ਕਿ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਇਹਦੇ ਲਈ। ਵੀ ਤੁਹਾਡਾ ਜਿਹੜਾ ਫੈਮਿਲੀ ਹੈ, ਜਦੋਂ ਬੈਚਲਰ ਹੋ ਤੁਸੀਂ ਉਦੋਂ ਤਾਂ ਇੰਨਾ ਨਹੀਂ ਹੁੰਦਾ। ਸਾਡੇ ਬਹੁਤ ਦੁਨੀਆ ਇਹੋ ਜਿਹੀ ਹੈ ਜਿਹੜੀ ਫਾਈਟਰਸ ਫਲਾਈਂਗ ਛੱਡ ਕੇ ਚਲੀ ਜਾਂਦੀ ਹੈ, ਜਿਹੜੇ ਇਸ ਚੀਜ਼ ਨੂੰ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦੇ। ਬਟ ਪਹਿਲੇ ਦਿਨੋਂ ਅਸੀਂ ਫਾਈਟਰ ਪਾਇਲਟ ਨੂੰ ਟ੍ਰੇਨਿੰਗ ਹੀ ਮੈਂ ਕਹਾਂਗਾ ਕਿ ਇਹੋ ਜਿਹੀ ਦਿੱਤੀ ਜਾਂਦੀ ਹੈ ਕਿ ਬਈ ਤੇਰਾ ਜਿਹੜਾ ਮਾਂ ਪਿਓ, ਤੇਰੀ ਭੈਣ ਭਰਾ, ਤੇਰੀ ਜ਼ਿੰਦਗੀ ਸਾਰੀ ਆ ਜਹਾਜ਼ ਹੈ। ਜਦੋਂ ਟਾਕੀ ਬੰਦ ਹੋ ਗਈ ਤਾਂ ਜਦੋਂ ਬੰਦ ਹੋ ਗਈ ਤਾਂ ਕਿ ਤੂੰ ਤੇਰਾ ਦੁਨੀਆ ਨਾਲ ਕੋਈ। ਲਾਈਫ ਕਿੰਨੀ ਹੁੰਦੀ ਹੈ ਇੱਕ ਫਾਈਟਰ ਪਾਇਲਟ, ਕਿੰਨਾ ਚਿਰ ਜਹਾਜ਼ ਉਡਾ ਸਕਦਾ? ਦੇਖੋ ਜੀ, ਫਾਈਟਰ ਪਾਇਲਟ ਦੀ ਕੈਲਕੂਲੇਸ਼ਨਸ ਮੈਡੀਕਲ ਦੇ ਤੌਰ 'ਤੇ ਕੀਤੀਆਂ ਹੋਈਆਂ ਨੇ ਬਹੁਤ ਜ਼ਿਆਦਾ। ਜਦੋਂ ਫਾਈਟਰ ਪਾਇਲਟ ਦੀ ਲਾਈਫ ਸਾਈਕਲ ਹੈ ਜਿਹੜਾ
ਉਹ ਕਿਸੇ ਪੁਰਾਣੇ ਜ਼ਮਾਨੇ ਦੇ ਵਿੱਚ ਕੈਲਕੂਲੇਟ ਕੀਤਾ ਸੀ, ਉਸ ਹਿਸਾਬ ਨਾਲ ਹੀ ਇਹਦੀ ਪੇ ਸੈੱਟ ਕੀਤੀ ਜਾਂਦੀ ਸੀ। ਕੋਈ ਮੇਰਾ ਖਿਆਲ ਵੈਸੇ ਤਾਂ ਇਫੈਕਟਿਵ ਫਲਾਈਂਗ ਹੈ ਜਿਹੜੀ ਐਜ਼ ਏ ਫਾਈਟਰ ਪਾਇਲਟ, ਤਾਂ ਤੁਸੀਂ 50 ਕੁ ਸਾਲ ਤੱਕ ਕਰ ਸਕਦੇ ਹੋ, 50 ਸਾਲ ਦੀ ਉਮਰ ਦੇ ਵਿੱਚ। ਫਿਰ ਉਸ ਤੋਂ ਬਾਅਦ ਤੁਹਾਡੀ ਦਿਮਾਗ ਦੀਆਂ ਜਿਹੜੀਆਂ ਫੈਕਲਟੀਜ਼ ਨੇ ਉਹ ਸਲੋ ਹੋਣ ਲੱਗ ਜਾਂਦੀਆਂ ਨੇ। 60 ਸਾਲ ਦੀ ਉਮਰ ਦੇ ਵਿੱਚ ਤਾਂ ਰਿਟਾਇਰ ਹੀ ਕਰ ਦਿੰਦੇ ਨੇ ਲੋਕ। ਜਿਹੜਾ ਸਵਾਰੀਆਂ ਵਾਲਾ ਜਹਾਜ਼ ਹੈ ਜੀ ਹਾਂ, ਤੇ ਫਾਈਟਰ ਪਾਇਲਟ ਦੀ ਜਿਹੜੀ ਉਡਾਨ ਹੈ, ਕੀ ਵੱਖਰਾ ਵੱਖਰਾ ਹੋ ਬਹੁਤ ਫਰਕ ਹੈ ਜੀ ਇਹਦੇ 'ਚ, ਬਹੁਤ ਫਰਕ ਹੈ। ਵੈਸੇ ਜਿਹੜੀ ਸਵਾਰੀਆਂ ਵਾਲਾ ਜਹਾਜ਼ ਹੈ ਨਾ, ਉਹਦੀ ਇੱਕ ਕਨਸੈਪਟ ਹੀ ਵੱਖਰਾ ਹੈ। ਉਹਨੂੰ ਜਦੋਂ ਤੁਸੀਂ ਕਹਿ ਦਈਏ ਨਾ ਹੁਣ ਵੀ ਆਪਣੀ ਦੇਸੀ ਭਾਸ਼ਾ ਦੇ ਵਿੱਚ ਇਹ ਹੈ ਵੀ ਜੇ 300 ਜੋ ਸਵਾਰੀ ਵਾਲਾ ਜਹਾਜ਼ ਹੈ, 300 ਜ਼ਿੰਦਗੀਆਂ ਉਹਦੇ ਹੱਥ 'ਚ ਹੈ। ਉਹਨੇ 300 ਜ਼ਿੰਦਗੀਆਂ ਸੰਭਾਲ ਕੇ ਲਿਜਾਣੀਆਂ ਨੇ ਤੇ ਸੰਭਾਲ ਕੇ ਵਾਪਸ ਲੈ ਆਉਣੀਆਂ ਨੇ। ਫਾਈਟਰ ਪਾਇਲਟ ਦੀ ਜਿਹੜੀ ਜ਼ਿੰਦਗੀ ਹੈ ਉਹ ਵੈਸੇ ਤਾਂ ਇਕੱਲੇ ਦੀ ਹੈ, ਪਰ ਉਹਦਾ ਜਿਹੜਾ ਸੋਚ ਹੈ ਉਹ ਹੋਰ ਪਾਸੇ ਜਾਂਦੀ ਹੈ, ਕਿਉਂਕਿ ਉਹਨੇ ਇੱਕ ਜਹਾਜ਼ ਨੂੰ ਐਜ਼ ਏ ਵੈਪਨ ਯੂਜ਼ ਕਰਨ ਦੀ ਉਹਦੀ ਟ੍ਰੇਨਿੰਗ ਹੈ। ਸਾਰਿਆਂ ਨਾਲੋਂ ਵੱਡੀ ਜਿਹੜੀ ਫਰਕ ਹੈ ਇਹ ਹੈ ਕਿ ਉਹ ਫਾਈਟਰ ਏਅਰਕ੍ਰਾਫਟ ਐਜ਼ ਏ ਵੈਪਨ ਤੁਸੀਂ ਯੂਜ਼ ਕਰ ਰਹੇ ਹੋ। ਤੁਸੀਂ ਆਏ ਆ ਵੀ ਇੱਕ ਹਿਸਾਬ ਲਾਓ ਵੀ ਇੱਕ ਬਹੁਤ ਵੱਡੀ ਸਾਰੀ ਗਨ ਹੈ ਅਤੇ ਗਨ ਦੇ ਵਿੱਚ ਤੁਸੀਂ ਬੈਠੇ ਹੋ ਅਤੇ ਤੁਸੀਂ ਉਹਨੂੰ ਭਜਾਈ ਜਾਂਦੇ ਹੋ ਅਤੇ ਐਂ ਮਾਰਦੇ ਜਾਂਦੇ ਵਿੱਚ ਬਹਿ ਕੇ ਉਹਦੇ। ਕਦੇ ਦੁਸ਼ਮਣ ਦੇ ਏਰੀਏ 'ਚ ਜਾਣ ਦਾ ਮੌਕਾ ਮਿਲਿਆ? ਜੀ ਹਾਂ, ਮੈਂ 71 ਵਾਰ ਦੇ ਵਿੱਚ ਨੈਟਸ ਦੇ ਵਿੱਚ ਹੁੰਦਾ ਸੀ, ਅਤੇ ਨੈਟ ਬੇਸਿਕਲੀ ਵਾਜ਼ ਏ ਇੰਟਰਸੈਪਟਰ ਏਅਰਕ੍ਰਾਫਟ ਹੁੰਦਾ ਸੀ। ਇੰਟਰਸੈਪਟਰ ਏਅਰਕ੍ਰਾਫਟ ਦਾ ਮਤਲਬ ਇਹ ਹੁੰਦਾ ਸੀ ਕਿ ਏਅਰ ਦੀ ਰਾਖੀ ਕਰਨੀ, ਬੰਬਿੰਗ ਵਾਲਾ ਇਸ 'ਤੇ ਨਹੀਂ ਸੀ ਯੂਜ਼ ਹੁੰਦਾ ਇਹ। ਅਤੇ ਉਦੋਂ ਅਸੀਂ ਇੱਕ ਦੋ ਵਾਰੀ ਸਾਨੂੰ ਮੌਕਾ ਮਿਲਿਆ ਸੀ ਜਦੋਂ ਅਸੀਂ ਫਾਈਟਰਸ ਨੂੰ ਐਸਕੌਟ ਕਰਕੇ ਜਾਂਦੇ ਰਹੇ ਹਾਂ ਦੂਸਰੀ ਸਾਈਡ ਦੇ ਉੱਤੇ। ਅਤੇ ਬਾਕੀ ਉਹ ਏਅਰਫੀਲਡ ਦੀ ਜ਼ਿਆਦਾਤਰ ਮੈਂ ਫਿਰ ਜਿਹੜੀ ਏਅਰਫੀਲਡ ਦੀ ਰਖਵਾਲੀ ਹੁੰਦੀ ਹੈ ਜਾਂ ਇੱਕ ਰਡਾਰ ਯੂਨਿਟ ਦੀ ਰਖਵਾਲੀ ਹੁੰਦੀ ਹੈ, ਉਹਦੇ ਲਾਮੀ ਤੁਰੇ ਫਿਰਦੇ ਹੁੰਦੇ ਹਾਂ ਅਸੀਂ ਲਾਈਵ ਏਅਰਕ੍ਰਾਫਟ ਲੈ ਕੇ, ਵੀ ਜੇ ਕੋਈ ਆ ਕੇ ਫਾਈਟਰ ਵਾਲੇ ਦੁਸ਼ਮਣ ਦਾ ਏਅਰਕ੍ਰਾਫਟ ਆ ਕੇ ਅਟੈਕ ਕਰਦਾ ਤਾਂ ਉਹਨੂੰ ਕਿਵੇਂ ਭਜਾਉਣਾ ਉੱਥੋਂ। ਸਰ, ਤੁਹਾਡੇ ਤਜਰਬੇ ਤੋਂ ਇੱਕ ਬੱਚੇ ਨੇ ਜੇ ਅੱਜ ਫਾਈਟਰ ਪਾਇਲਟ ਬਣਨਾ ਹੈ ਜਾਂ ਪਾਇਲਟ ਦੀ ਲਾਈਨ 'ਚ ਜਾਣਾ ਹੈ, ਤੁਹਾਨੂੰ ਕੀ ਕਰਨਾ ਚਾਹੀਦਾ? ਕਿਉਂਕਿ ਸਾਡੇ ਪਿੰਡਾਂ ਜਿਹੜੇ ਆਪਾਂ ਹੁਣ ਇੱਥੇ ਸਿਰਗੇ ਵਾਲੇ ਬੈਠੇ ਆ, ਇੱਥੋਂ ਦਾ ਫਾਈਟਰ ਪਾਇਲਟ ਦਾ ਸੁਪਨਾ ਲੈਣਾ ਵੀ ਥੋੜ੍ਹਾ ਔਖਾ ਲੱਗਦਾ, ਕਿਉਂਕਿ ਇਹ ਬਹੁਤੀਆਂ ਜਿਹੜੀਆਂ ਸੜਕਾਂ ਹੈ, ਆਰਥਿਕ ਸਾਧਨਾਂ ਦੀਆਂ ਲਾ ਲਈਏ, ਦੂਜੀਆਂ ਲਾ ਲਈਏ, ਖਿਆਲ ਸਾਡੇ ਬਹੁਤੇ ਦੂਰ ਜਾਂਦੇ ਨਹੀਂ। ਕੀ ਕਰਨਾ ਚਾਹੀਦਾ ਇੱਕ ਬੱਚੇ ਨੂੰ? ਦੇਖੋ ਜੀ, ਅੱਜ ਕੱਲ੍ਹ ਦੀ ਜਿਹੜੀ ਟ੍ਰੇਨਿੰਗ ਦਾ ਸਿਸਟਮ ਹੈ, ਹਾਂਜੀ, ਉਹ ਤਾਂ ਇਹ ਹੈ ਕਿ ਬੱਚੇ ਜਿਹੜੇ 10+2 ਕਰਕੇ ਸਾਇੰਸ ਗ੍ਰੈਜੂਏਟ ਹੋਣਾ ਚਾਹੀਦਾ ਹੈ। ਉਹਨੂੰ UPSC ਦਾ ਐਗਜ਼ਾਮ ਦੇਣਾ ਪੈਂਦਾ ਹੈ, ਉਹ ਫਿਰ NDA ਜਾਂਦਾ ਹੈ, ਨੈਸ਼ਨਲ ਡਿਫੈਂਸ ਅਕੈਡਮੀ। ਉੱਥੇ ਉਹਦੀ 3 ਸਾਲ ਦੀ ਟ੍ਰੇਨਿੰਗ ਹੁੰਦੀ ਹੈ। ਉਹਦੀ ਵੀ ਸਿਲੈਕਸ਼ਨ ਬਹੁਤ ਹਾਰਡ ਹੈ। UPSC ਦਾ ਪਹਿਲਾਂ ਐਗਜ਼ਾਮ ਹੈ, ਰਿਟਨ ਐਗਜ਼ਾਮ ਹੈ, ਫਿਰ ਉਹਦਾ ਇੰਟਰਵਿਊ ਹੈ। ਤੁਸੀਂ ਇਹ ਹਿਸਾਬ ਲਾਓ ਵੀ ਜਿਹੜੇ IPS ਅਤੇ IAS ਜਾ ਕੇ ਜਾਂਦੇ ਨੇ ਬੱਚੇ, ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਨੇ, ਇਹ 10+2 ਤੋਂ ਬਾਅਦ ਚਲੇ ਜਾਂਦੇ ਨੇ, ਔਰ ਇਹਨਾਂ ਦਾ ਸਿਲੈਕਸ਼ਨ ਪ੍ਰੋਸੈਸ ਤਕਰੀਬਨ ਓਨਾ ਹੀ ਹੈ। ਅੱਛਾ, ਤਕਰੀਬਨ ਇੰਨਾ ਹੀ ਹੈ। ਅਤੇ ਉਹਦੀ ਸਿਲੈਕਸ਼ਨ ਪ੍ਰੋਸੈਸ ਤਾਂ ਇਹ ਹੈ। ਫਿਰ ਅੱਜ ਜਿਹੜੇ ਬੱਚੇ ਫਾਈਟਰਸ ਏਅਰਫੋਰਸ ਦੇ ਵਿੱਚ ਜਾਂ ਫੌਜ 'ਚ ਜਾਂਦੇ ਨੇ, NDA ਵਾਲੇ ਇਹ ਬੱਚੇ ਜਿਹੜੇ ਸਿਲੈਕਸ਼ਨ ਦੇ ਵਿੱਚ ਹੀ ਸਾਰੇ ਤਿੰਨਾਂ ਹੀ ਫੋਰਸਿਸ ਦੇ ਵਿੱਚ ਜਾਂਦੇ ਨੇ, ਆਰਮੀ, ਏਅਰਫੋਰਸ ਅਤੇ ਨੇਵੀ 'ਚ। ਪਹਿਲਾਂ ਉਹ NDA ਜਾਂਦੇ ਨੇ, NDA ਤੋਂ ਬਾਅਦ ਫਿਰ ਉਹ 3 ਸਾਲਾਂ ਤੋਂ ਬਾਅਦ ਉਹਨਾਂ ਨੂੰ ਆਪਣੀ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ। ਏਅਰਫੋਰਸ ਵਾਲੇ ਏਅਰਫੋਰਸ ਅਕੈਡਮੀ ਜਾਂਦੇ ਨੇ, ਅਤੇ ਆਰਮੀ ਵਾਲੇ ਆਰਮੀ ਸਾਈਡ 'ਤੇ ਅਤੇ ਨੇਵੀ ਵਾਲੇ ਨੇਵੀ ਸਾਈਡ 'ਤੇ ਜਾਂਦੇ ਨੇ। ਅਤੇ ਇੱਕ ਉਦੋਂ ਬਾਅਦ ਜਦੋਂ ਆਪਾਂ ਪਾਇਲਟ ਬਣਨ ਦੀ ਗੱਲ ਕਰਦੇ ਹਾਂ, ਏਅਰਫੋਰਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਇੰਜੀਨੀਅਰਸ ਵੀ ਹੁੰਦੇ ਨੇ। ਉਹ ਮੁੰਡੇ ਜਿਹੜੇ BTech ਵਗੈਰਾ ਕਰਕੇ ਜਾਂਦੇ ਨੇ, BE ਕਰਕੇ ਜਾਂਦੇ ਨੇ, ਉਹ ਇੰਜੀਨੀਅਰ 'ਚ ਚਲੇ ਜਾਂਦੇ ਨੇ। ਇੱਕ ਮੁੰਡੇ ਜਿਹੜੇ ਐਡਮਿਨਿਸਟ੍ਰੇਟਿਵ ਜਾਂਦੇ ਨੇ, ਉਹ ਅਕਾਊਂਟਸ ਦੇ ਵਿੱਚ ਹੈ, ਉਹ MA ਕਰਕੇ ਜਾਂਦੇ ਨੇ, BA ਕਰਕੇ ਵੀ ਜਾਂਦੇ ਨੇ, ਉਹ ਗ੍ਰੈਜੂਏਟ ਹੋਣੇ ਚਾਹੀਦੇ ਨੇ। ਉਹਨਾਂ ਦਾ ਸਿਲੈਕਸ਼ਨ ਪ੍ਰੋਸੈਸ ਵੀ ਤਕਰੀਬਨ ਉਹੀ ਹੈ। ਪਰ ਜਿਹੜਾ
ਜਦੋਂ ਜਦੋਂ ਆਪਾਂ ਪਾਇਲਟ ਦੇ ਪਾਸੇ ਆਈਏ, ਇਹਦੇ ਵਿੱਚ ਇੱਕ ਬੰਦੇ ਦੀ ਸੋਚ ਬੜੀ ਮਾਇਨੇ ਰੱਖਦੀ ਹੈ। ਔਰ ਉਹਨੂੰ ਦਿਮਾਗ ਦੇ ਵਿੱਚ ਇਹ ਹੈ ਕਿ ਅੱਜ ਦਾ ਮੈਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਲੋਕਾਂ ਦੀ ਇੱਕ ਤਾਂ ਇਹ ਰੋਜ਼ੀ ਰੋਟੀ ਦਾ ਸਾਧਨ ਬਣਨ ਦੀ ਕੋਸ਼ਿਸ਼ ਹੋ ਰਹੀ ਹੈ ਫੌਜ ਵੀ, ਅਤੇ ਜਦੋਂ ਰੋਜ਼ੀ ਰੋਟੀ ਦਾ ਸਾਧਨ ਨਹੀਂ ਬਣ ਗਿਆ ਤਾਂ ਫਿਰ ਸਾਰੀ ਦੁਨੀਆ ਹੀ ਸੋਚਦੀ ਵੀ ਅਸੀਂ ਜੇ ਇੱਧਰ ਹੱਥ ਨਹੀਂ ਅੜਿਆ ਤਾਂ ਇੱਧਰ ਜਾ ਵੜੋ, ਜੇ ਇੱਧਰ ਹੱਥ ਨਹੀਂ ਅੜਿਆ ਤਾਂ ਇੱਧਰ ਜਾ ਵੜੋ। ਪਹਿਲੇ ਜ਼ਮਾਨੇ ਦੇ ਵਿੱਚ ਕੋਈ ਟਾਈਪ ਸੀ ਜਦੋਂ ਲੋਕੀ ਫੌਜ ਦੇ ਵਿੱਚ ਇਕੱਲਾ ਆਏ ਫੋਰਸ ਨਹੀਂ, ਆਰਮੀ ਨੇਵੀ ਅਤੇ ਏਅਰ ਫੋਰਸ ਦੇ ਵਿੱਚ ਜਦੋਂ ਸਾਡੇ ਤੋਂ ਵੀ ਪਹਿਲਾਂ ਜਿਹੜੇ ਲੋਕ ਸੀ ਉਹਨਾਂ ਨੂੰ ਅਫਸਰ ਬਣਾਏ ਉਹਨਾਂ ਨੂੰ ਜਾਂਦਾ ਸੀ ਜਿਨ੍ਹਾਂ ਨੂੰ ਤਨਖਾਹ ਤੋਂ ਬਿਨਾਂ ਤਨਖਾਹ ਤੋਂ ਦੁੱਗਣੇ ਪੈਸੇ ਆਪਦੇ ਘਰੋਂ ਮੰਗਾ ਸਕਦੇ ਹੋਣ। ਅੱਛਾ। ਔਰ ਸ਼ੌਕ ਸੀ ਲੋਕਾਂ ਨੂੰ ਯੂਨੀਫਾਰਮ ਪਾਉਣ ਦਾ। ਅੱਜ ਵੀ ਕੁਰਗ ਦੀ ਇੱਕ ਜਗ੍ਹਾ ਆਪਣੇ ਹਿੰਦੁਸਤਾਨ ਦੇ ਵਿੱਚ, ਉੱਥੇ ਜਿਹੜੇ ਲੈਂਡਲੌਰਡ ਲੋਕ ਨੇ ਨਾ ਉਹ ਵੀ ਯੂਨੀਫਾਰਮ ਪਾਉਣਾ ਪਸੰਦ ਕਰਦੇ ਨੇ, ਭਾਵੇਂ ਸਿਪਾਹੀ ਬਣਨਾ ਪੈ ਜੇ। ਈਵਨ ਹਿਮਾਚਲਾਂ ਦੇ ਵੀ ਇੱਦਾਂ ਨੇ। ਅੱਛਾ, ਇਹ ਵੀ ਇੱਕ, ਹਾਂਜੀ, ਇਹ ਵੀ ਇੱਕ ਟਰੈਂਡ ਹੈ। ਕੁਰਗ ਦੇ ਵਿੱਚ ਮੇਰੇ ਨਾਲ ਮੇਰਾ ਕੁਲੀਗ ਹੁੰਦਾ ਸੀ, ਅਫਸਰ ਸੀ, ਹਾਂਜੀ, ਅਤੇ ਮੇਰੇ ਹੀ ਸਕੁਆਡਰਨ ਦੇ ਵਿੱਚ ਉਹਦਾ ਸਕਾ ਭਰਾ ਇੱਕ ਟੈਕਨੀਸ਼ੀਅਨ ਹੁੰਦਾ ਸੀ, ਜਿਹੜਾ ਸਿਪਾਹੀ ਕਹਿ ਸਕਦੇ ਹੋ ਤੁਸੀਂ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੇਰਾ ਭਰਾ ਮੇਰੇ ਨਾਲ ਅਫਸਰ ਹੈ, ਤੂੰ ਟੈਕਨੀਸ਼ੀਅਨ ਹੈ। ਕਹਿੰਦਾ ਸਰ ਸਾਡੇ ਇਹ ਰਿਵਾਜ ਹੈ ਕਿ ਅਸੀਂ ਯੂਨੀਫਾਰਮ ਪਾਉਣੀ ਹੈ ਭਾਵੇਂ ਕੋਈ ਪੈ ਜੇ। ਇਹ ਜਜ਼ਬਾ ਹੈ। ਹਾਂ, ਜਜ਼ਬਾ ਹੈ ਕਹਿੰਦਾ ਸਾਡੇ। ਈਵਨ ਹਿਮਾਚਲ ਦੇ ਵਿੱਚ ਵੀ ਅਸੀਂ ਹੁਣ ਹਿਮਾਚਲ ਦੇ ਵਿੱਚ ਮੇਰਾ ਛੋਟਾ ਜਿਹਾ ਘਰ ਹੈ ਮੇਰੇ ਕੋਲ, ਅਸੀਂ ਗਰਮੀਆਂ 'ਚ ਉੱਥੇ ਰਹਿੰਦੇ ਹਾਂ। ਹਿਮਾਚਲ ਦੇ ਵਿੱਚ ਅਸੀਂ ਬਹੁਤ ਲੋਕਾਂ ਨਾਲ ਸਾਡਾ ਵਾਹ ਪੈਂਦਾ, ਉੱਥੇ ਵੀ ਇਹ ਹੈ ਵੀ ਯੂਨੀਫਾਰਮ ਪਾਉਣੀ ਹੈ। ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ। ਆਖਰੀ ਸਵਾਲ ਹੈ ਮੇਰਾ, ਜ਼ਿੰਦਗੀ ਦਾ ਸਭ ਤੋਂ ਬੈਸਟ ਪਾਰਟ ਕਿਹੜਾ ਸੀ ਇਸ ਸਫ਼ਰ ਦੇ ਵਿੱਚ? ਸਾਰੇ ਹੀ ਆਈ ਵੁੱਡ ਸੇ ਕੋਈ ਪਾਰਟ ਨਹੀਂ ਸੀ। ਮੈਂ ਇਹ ਕਹਾਂਗਾ ਕਿ ਏਅਰ ਫੋਰਸ ਨੇ ਮੈਨੂੰ ਬੜਾ ਕੁਝ ਸਿਖਾਇਆ। ਇੱਕ ਪਿੰਡ ਦੇ ਵਿੱਚੋਂ, ਮੈਂ ਐਸੇ ਪਿੰਡ ਦੇ ਵਿੱਚ ਚੌਥੀ ਜਮਾਤ ਪੜ੍ਹਿਆ ਸੀ, ਹਾਂਜੀ, ਅਤੇ ਭਗਤਿਓਂ ਮੈਂ 10ਵੀਂ ਕੀਤੀ ਸੀ। ਕੀ ਬਾਤ ਹੈ। ਪੈਦਲ ਤੁਰ ਕੇ। ਅਤੇ ਚਲੋ ਠੀਕ ਹੈ, ਉਸ ਉੱਪਰ ਵਾਲੇ ਦੀ ਮਿਹਰ ਇੰਨੀ ਸੀ ਕਿ ਮੈਨੂੰ ਇਸ ਘਰ 'ਚ ਪੈਦਾ ਕੀਤਾ ਸੀ। ਸਾਡੇ ਪਿਤਾ ਜੀ ਬਹੁਤ ਸ਼ੌਕੀਨ ਸਨ, ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਸਾਰੇ ਜਿਹੜੇ ਸੀ ਉਹ ਬੜੇ ਰਈਸ ਲੋਕ ਸੀ, ਅਤੇ ਉਹਨਾਂ ਦੇ ਵਿੱਚੋਂ ਆਰਮੀ ਦੇ ਵਿੱਚ ਬੜੇ ਲੋਕ ਸੀ, ਬ੍ਰਿਗੇਡੀਅਰ ਵਗੈਰਾ। ਉਹਨਾਂ ਜ਼ਮਾਨਿਆਂ 'ਚ ਜਦੋਂ ਮੈਂ ਕੈਡਟ ਬਣ ਕੇ ਗਿਆ, ਉਹਨਾਂ ਨੂੰ ਸ਼ੌਕ ਸੀ ਕਿ ਮੇਰਾ ਪੁੱਤਰ ਵੀ ਇੱਕ, ਅਤੇ ਇਸੇ ਕਰਕੇ ਹੀ ਛੋਟਾ ਬ੍ਰਦਰ ਮੇਰਾ, ਜਿਵੇਂ ਤੁਹਾਨੂੰ ਪਤਾ ਹੀ ਹੈ, 71 'ਚ ਸ਼ਹੀਦ ਹੋ ਗਿਆ ਸੀ, ਉਹ ਆਰਮੀ ਅਫਸਰ ਸੀ। ਉਹਨੂੰ ਵੀ ਇੱਕ ਜਜ਼ਬਾ ਸੀ ਕਿ ਵੀ ਮੈਂ ਆਰਮੀ 'ਚ ਜਾਣਾ ਹੀ ਜਾਣਾ। ਇਹ ਜਜ਼ਬਾ ਲੈ ਕੇ ਗਏ? ਇਹ ਜਜ਼ਬਾ ਲੈ ਕੇ ਅਸੀਂ ਗਏ ਸੀ। ਅਤੇ ਆਪਣੇ ਮਾਲਵੇ 'ਚੋਂ ਮੈਨੂੰ ਲੱਗਦਾ ਫਾਈਟਰ ਪਾਇਲਟ ਤੁਸੀਂ ਹੋਵੋਗੇ? ਮਾਲਵੇ 'ਚ ਹੈਗੇ ਨੇ, ਕਈ ਨੇ ਬਠਿੰਡੇ 'ਚ ਹੈਗੇ ਨੇ, ਬਠਿੰਡੇ 'ਚ ਵੀ ਹੈਗੇ ਨੇ ਇੱਕ ਦੋ ਚਾਰ। ਹੁਣ ਸਾਡੇ ਤੋਂ ਬਾਅਦ ਕਾਫੀ ਗਏ ਨੇ। ਮੇਰੇ ਟਾਈਮ ਦੇ ਵਿੱਚ ਜਦੋਂ ਮੈਂ ਪਾਇਲਟ ਬਣਿਆ, ਉਦੋਂ ਜ਼ਮਾਨਿਆਂ ਦੇ ਵਿੱਚ ਇੱਕ ਫਰੀਦਕੋਟ ਦਾ ਬੰਦਾ ਹੁੰਦਾ ਸੀ ਫਾਈਟਰ ਪਾਇਲਟ, ਔਰ ਇੱਕ ਪਾਇਲਟ ਸੀ, ਉਹ ਫਾਈਟਰ ਨਹੀਂ ਸੀ। ਆਹ ਆਪਣੀ ਪਿੰਡ ਹੈ ਜਿਹੜਾ ਮਿਰਜ਼ੇ ਕੇ ਦਿਆਲਪੁਰੇ ਦੇ ਨਾਲ ਹੀ ਪਿੰਡ ਹੈ ਕਿ ਨਹੀਂ, ਸਿੱਧੂਆਂ ਦਾ ਪਿੰਡ ਹੈ, ਉੱਥੋਂ ਦਾ ਸੀ। ਨਹੀਂ, ਗੁੰਮਟੀ ਨਹੀਂ, ਦੂਜਾ ਪਿੰਡ ਹੈ, ਦੋ ਪਿੰਡ ਨੇ ਉਹ ਸਿੱਧੂਆਂ ਦੇ। ਸ਼ੇਲਬਰਾ ਹੋ ਗਿਆ ਜੀ? ਨਹੀਂ, ਮੈਨੂੰ ਹੁਣ ਯਾਦ ਨਹੀਂ ਆ ਰਿਹਾ। ਨਾਲ ਹੀ ਬਹੁਤ ਵੱਡਾ ਪਿੰਡ ਹੈ ਉਹ ਵੀ, ਮਹਾਰਾਜ ਦੇ ਹੀ ਸੀ ਸ਼ਾਇਦ। ਠੀਕ ਹੈ ਜੀ। ਹਾਂਜੀ, ਉੱਥੋਂ ਦੇ ਸੀ ਫਾਈਟਰ ਪਾਇਲਟ ਇੱਕ ਅੱਧਾ। ਅਤੇ ਬਸ ਹੋਰ ਤਾਂ ਐਜ਼ ਏ ਇੰਸਟਰਕਟਰ ਮੈਨੂੰ ਲੱਗਦਾ ਤੁਸੀਂ ਹੋਈ ਹੋ? ਹਾਂਜੀ, ਜ਼ਿਆਦਾਤਰ ਮੇਥੋਂ ਬਾਅਦ ਬਣ ਗਏ ਹੋਣੇ ਕਈ। ਅੱਛਾ, ਤੁਸੀਂ ਉਸ ਸਮੇਂ? ਕਿਉਂਕਿ ਮੈਂ ਤਾਂ 91 ਦਾ ਰਿਟਾਇਰ ਹੋਇਆ ਮੈਂ। ਠੀਕ ਹੈ ਜੀ। ਹਾਂ, ਪਰ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਸਵਾਲ ਕੀਤਾ ਸੀ ਨਾ, ਮੇਰੀ ਸਾਰੀ ਜ਼ਿੰਦਗੀ ਏਅਰ ਫੋਰਸ ਦੀ ਇੱਕ ਬਹੁਤ ਮਤਲਬ ਕਿ ਕਹੋ ਕਿ ਕੋਈ ਕ੍ਰਿਬ ਨਹੀਂ ਜ਼ਿੰਦਗੀ ਦੇ ਵਿੱਚ। ਬੈਸਟ ਟਾਈਮ ਤਾਂ ਸੀ ਇਰਾਕ ਦਾ, ਉੱਥੇ ਮੌਜਾਂ ਹੀ ਸਨ। ਅੱਛਾ, ਡਿਸਿਪਲਿਨ ਇੱਕ ਇਹੋ ਜਿਹੀ ਚੀਜ਼ ਹੈ ਫੌਜ ਦੀ ਲਾਈਫ ਦੇ ਵਿੱਚ। ਹਾਂਜੀ, ਬਹੁਤ ਚੰਗਾ। ਤੁਹਾਡੀ ਜ਼ਿੰਦਗੀ 'ਚ ਜ਼ਿੰਦਗੀ ਦਾ ਕੋਈ ਐਸਾ ਲੋਕਾਂ ਨੂੰ ਕੋਈ ਨੁਕਤਾ ਦੇਣਾ ਚਾਹੋ ਕਿ ਜ਼ਿੰਦਗੀ ਬੈਸਟ ਰਹਿੰਦੀ ਹੈ? ਜ਼ਿੰਦਗੀ ਦਾ ਨੁਕਤਾ ਇਹ ਹੈ ਜੀ, ਜਿਹੜਾ ਡਿਸਿਪਲਿਨ ਹੈ ਨਾ,
ਡਿਸਪਲਿਨ ਦੇ ਵਿੱਚ ਰਹਿਣਾ ਔਖਾ ਬੜਾ ਹੈ, ਪਰ ਤੁਸੀਂ ਸਿੱਖਦੇ ਬਹੁਤ ਕੁਛ ਹੋ। ਡਿਸਪਲਿਨ ਦੇ ਵਿੱਚ ਇੱਕ ਟਾਈਮ ਦੀ ਪਾਬੰਦੀ ਆਉਂਦੀ ਹੈ। ਜਿਵੇਂ ਆਪਾਂ ਟਾਈਮ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਟਾਈਮ ਦੀ ਪਾਬੰਦੀ ਜਿਹੜੀ ਫੌਜ ਦੇ ਵਿੱਚ ਹੈ ਉਹ ਕਿਤੇ ਨਹੀਂ ਤੁਸੀਂ ਵੇਖੋਗੇ, ਹੈ ਨਾ। ਤੇ ਜਿਹੜੀ ਟਾਈਮ ਦੀ ਪਾਬੰਦੀ ਹੈ, ਜਿਹੜਾ ਬੰਦਾ ਟਾਈਮ ਦੀ ਇੱਜ਼ਤ ਨਹੀਂ ਨਾ ਕਰ ਸਕਦਾ, ਉਹ ਜ਼ਿੰਦਗੀ ਦੇ ਵਿੱਚ ਕਦੇ ਅੱਗੇ ਨਹੀਂ ਵਧੇਗਾ। ਟਾਈਮ ਜਿੰਨਾ ਬਰਬਾਦ ਕਰਤਾ ਨਾ ਅਸੀਂ, ਚਾਹ ਪੀਣ 'ਚ ਕਰਤਾ, ਤਿਆਰ ਹੋਣ 'ਚ ਕਰਤਾ, ਤੁਰਨ 'ਚ ਕਰਤਾ, ਗੱਲਾਂ ਬਾਤਾਂ 'ਚ ਕਰਤਾ, ਉਹ ਟਾਈਮ ਸਾਡਾ ਵੇਸਟ ਹੋ ਗਿਆ। ਉਹ ਟਾਈਮ ਤੁਹਾਨੂੰ ਮੁੜ ਕੇ ਨਹੀਂ ਆਉਣਾ। ਉਹ ਡਿਸਪਲਿਨ ਦਾ ਪਾਰਟ ਜਿਹੜਾ ਸਾਨੂੰ ਸਿਖਾਇਆ ਜਾਂਦਾ ਹੈ ਨਾ, ਅਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਾਡਾ ਟਾਈਮਿੰਗ ਦਾ ਡਿਸਪਲਿਨ ਇਹੋ ਜਿਹਾ ਸੀ, ਜੇ ਸਾਨੂੰ ਕਹਿਤਾ ਨਾ ਵੀ ਤੁਹਾਡਾ ਟੇਕ ਆਫ ਹੈ ਜਿਹੜਾ ਉਹ 7:31 ਤੇ ਹੋਣਾ ਹੈ, ਤੇ 7:31 ਤੇ 에ਅਰਕ੍ਰਾਫਟ ਨੂੰ ਜ਼ਮੀਨ ਛੱਡ ਦੇਣੀ ਚਾਹੀਦੀ ਹੈ। ਤੇ ਅਸੀਂ ਬੈਕਵਰਡ ਕੈਲਕੂਲੇਟ ਕਰਦੇ ਸੀ ਵੀ ਉੱਠਣਾ ਕਿੰਨੇ ਵਜੇ ਹੈ, ਤਿਆਰ ਹੋਣ 'ਚ ਕਿੰਨਾ ਟਾਈਮ ਲੱਗੂਗਾ, ਦਫ਼ਤਰ ਜਾਣ 'ਚ ਕਿੰਨਾ ਟਾਈਮ ਲੱਗੂਗਾ, ਉੱਥੇ ਬਰੀਫਿੰਗ 'ਚ ਕਿੰਨਾ ਟਾਈਮ ਲੱਗੇਗਾ, ਬਰੀਫਿੰਗ ਕਰਨ ਤੋਂ ਬਾਅਦ ਜਹਾਜ਼ ਤੱਕ ਤੁਰਨ 'ਚ ਸਾਨੂੰ ਕਿੰਨਾ ਟਾਈਮ ਲੱਗੇਗਾ, ਤੇ ਜਹਾਜ਼ ਸਟਾਰਟ ਕਰਕੇ ਉੱਥੋਂ ਤੱਕ ਪਹੁੰਚਣ 'ਚ ਕਿੰਨਾ ਟਾਈਮ ਲੱਗੇਗਾ। ਸਾਡਾ ਟਾਈਮਿੰਗ ਦਾ ਡਿਸਪਲਿਨ ਇੰਨਾ ਹੁੰਦਾ ਹੈ ਇੱਕ ਪਾਇਲਟ ਦਾ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਉਮੀਦ ਕਰਦੇ ਹਾਂ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਸੁਣਦੀ ਹੋਊਗੀ ਤੇ ਤੁਹਾਡੀ ਇਸ ਕਹਾਣੀ ਤੋਂ ਪ੍ਰਭਾਵਿਤ ਹੋਣਗੇ, ਹੌਸਲਾ ਲੈਣਗੇ ਦਿਖਾਵੇ। ਬਹੁਤ ਥੈਂਕ ਯੂ। ਥੈਂਕ ਯੂ ਵੈਰੀ ਮਚ। ਅੱਜ ਆਪਾਂ ਗੱਲਬਾਤ ਕੀਤੀ ਹੈ ਵਿੰਗ ਕਮਾਂਡਰ ਜਸਵੰਤ ਸਿੰਘ ਖੋਖਰ ਨਾਲ। ਸਿਰਗੇ ਵਾਲਾ ਪਿੰਡ ਹੈ, ਬਠਿੰਡਾ ਜ਼ਿਲ੍ਹਾ, ਨੇੜੇ ਭਗਤਾ ਭਾਈ। ਇੱਥੋਂ ਇਸ ਮਿੱਟੀ ਨੇ ਇਰਾਕ ਦੀ ਗੱਲ ਕਰੀਏ ਉੱਥੇ ਸਿਖਾ ਕੇ ਆਏ, ਜਾਂ ਫਾਈਟਰ ਪਾਇਲਟ ਦੀ ਜਿਹੜੀ ਲਾਈਫ ਇਹਨਾਂ ਨੇ ਦੱਸੀ ਹੈ ਉਹ ਬੜੀ ਹੌਸਲੇ ਵਾਲੀ ਹੈ, ਉਹ ਬੜੀ ਸ਼ਿੱਦਤ ਮਿਹਨਤ ਵਾਲੀ ਹੈ। ਸੋ ਸਾਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਲੋਕਾਂ ਨੂੰ ਸਾਨੂੰ ਨੇੜੇ ਆ ਕੇ ਰੋਲ ਮਾਡਲ ਬਣਾ ਕੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸੌਖਾ ਕਰਨਾ ਚਾਹੀਦਾ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।